ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡਾਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ ਦਿਨ ਮਾਇਆ ਕਾਰਨੇ, ਪ੍ਰਾਨੀ ਡੋਲਤ ਨੀਤ। ਕੋਟਨ ਮੈਂ ਨਾਨਕ ਕੋ, ਨਾਰਾਇਣ ਜਹ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੀ ਗੁਰਸਿੱਖ ਸਾਧ ਸੰਗਤ ਜੀਓ, ਵਡਭਾਗੀ ਹੋ ਸ਼ਾਮ ਦੇ ਦੀਵਾਨ ਦੀ ਹਾਜ਼ਰੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਭਰ ਰਹੇ ਹੋ। ਰੋਜ਼ਾਨਾ ਦੇ ਨੇਮ ਦੇ ਮੁਤਾਬਕ ਸੋਦਰ ਚੌਂਕੀ ਦਾ ਕੀਰਤਨ ਹੋਇਆ। ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜੀ ਨੇ ਬਹੁਤ ਪਿਆਰ ਸ਼ਰਧਾ ਨਾਲ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕਰਵਾਇਆ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਣੇ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤੇ। ਸੋ ਹੁਣ ਜੋ ਆਪ ਜੀ ਨੂੰ ਭਲੀ ਭਾਂਤ ਹੀ ਪਤਾ ਹੈ, 1 ਮਈ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਉਸੇ ਸੰਬੰਧ ਵਿੱਚ ਇਹ ਸਾਰੇ ਪ੍ਰੋਗਰਾਮ ਚੱਲ ਰਹੇ ਹਨ। ਸਾਰੇ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਪ੍ਰੋਗਰਾਮ ਚੱਲ ਰਹੇ ਹਨ। ਇਸ ਗੁਰੂ ਘਰ ਦੇ ਵਿੱਚ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨਾਲ ਵੀ ਸਾਂਝ ਪਾਈ ਜਾਂਦੀ ਹੈ। ਸ਼ਾਮ ਦੇ ਦੀਵਾਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕਾਂ ਦੀ ਕਥਾ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸੋ 23 ਸ਼ਲੋਕਾਂ ਦੀ ਕਥਾ ਆਪ ਜੀ ਸਰਵਣ ਕਰ ਚੁੱਕੇ ਹੋ। ਇਸ ਤੋਂ ਜੋ ਅਗਲੇ ਸ਼ਲੋਕ ਹਨ, ਉਹਨਾਂ ਦੀ ਕਥਾ ਅੱਜ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਨਾਂ ਸ਼ਲੋਕਾਂ ਨੂੰ ਆਮ ਤੌਰ ਤੇ ਅਸੀਂ ਭੋਗ ਦੇ ਸ਼ਲੋਕ ਕਹਿ ਦਿੰਦੇ ਹਾਂ। ਤਕਰੀਬਨ ਸਾਰੀਆਂ ਸੰਗਤਾਂ ਇਹ ਸ਼ਲੋਕ ਸਰਵਣ ਕਰਦੀਆਂ ਹੀ ਹਨ। ਇਹਨਾਂ ਸ਼ਲੋਕਾਂ ਦੀ ਭਾਸ਼ਾ ਬਹੁਤ ਸਰਲ ਹੈ, ਸੌਖੀ ਭਾਸ਼ਾ ਹੈ। ਹਰ ਮਨੁੱਖ ਤਕਰੀਬਨ ਜੇ ਧਿਆਨ ਨਾਲ ਸੁਣੇ ਜਾਂ ਪੜ੍ਹੇ ਤਾਂ ਸਮਝ ਸਕਦਾ ਹੈ। ਵਿਦਵਾਨ ਪੁਰਸ਼ਾਂ ਦਾ ਇਹ ਮੰਨਣਾ ਹੈ ਕਿ ਇਹ ਸ਼ਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ
ਜੋਤੀ ਜੋਤ ਸਮਾਉਣ ਤੋਂ, ਸ਼ਹੀਦੀ ਦੇਣ ਤੋਂ ਕੁਝ ਸਮਾਂ ਪਹਿਲਾਂ ਉਚਾਰਨ ਕੀਤੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਬਾਣੀ ਉਚਾਰਨ ਕਰਦੇ ਰਹਿੰਦੇ ਸਨ। ਉਚਾਰਨ ਹੀ ਨਹੀਂ ਕਰਦੇ ਸਨ, ਬਾਣੀ ਸਾਂਭਦੇ ਵੀ ਸਨ। ਬਾਣੀ ਲਿਖ ਕੇ ਉਸ ਨੂੰ ਸਾਂਭਦੇ ਵੀ ਸਨ। ਲੇਕਿਨ ਕਈ ਜਿਨ੍ਹਾਂ ਨੂੰ ਪੂਰੀ ਸਮਝ ਨਹੀਂ, ਉਹ ਇਹ ਸ਼ਲੋਕ ਸੁਣ ਕੇ ਜਾਂ ਪੜ੍ਹ ਕੇ ਇਹ ਅੰਦਾਜ਼ਾ ਲਾਉਂਦੇ ਨੇ ਕਿ ਖਬਰਿਆ ਗੁਰੂ ਸਾਹਿਬ ਉਸ ਵੇਲੇ ਨਿਰਾਸ਼ਤਾ ਵਿੱਚ ਸਨ, ਖਬਰਿਆ ਗੁਰੂ ਸਾਹਿਬ ਉਸ ਵੇਲੇ ਦੁੱਖ ਵਿੱਚ ਸਨ, ਖਬਰਿਆ ਗੁਰੂ ਸਾਹਿਬ ਉਸ ਵੇਲੇ ਢਹਿੰਦੀ ਕਲਾ ਵਿੱਚ ਸਨ, ਤੇ ਖਬਰਿਆ ਤਾਂ ਹੀ ਉਹਨਾਂ ਨੇ ਐਸੇ ਸ਼ਲੋਕ ਉਚਾਰਨ ਕੀਤੇ। ਪਿਛਲੇ ਦਿਹਾੜਿਆਂ ਵਿੱਚ ਮੈਨੂੰ ਇੱਕ ਸੱਜਣ ਕਹਿਣ ਲੱਗਾ ਸ਼ਲੋਕਾਂ ਦੇ ਵਿੱਚ ਇਹ ਸ਼ਲੋਕ ਜਿਹੜੇ ਨੇ ਗੁਰੂ ਸਾਹਿਬ ਨੇ ਆਪਣੇ ਅੰਤਲੇ ਦਿਨਾਂ ਵਿੱਚ ਉਚਾਰਨ ਕੀਤੇ ਹਨ। ਇਸੇ ਕਰਕੇ ਨਾ ਸ਼ਲੋਕਾਂ ਵਿੱਚ ਰੋਣਾ ਪਿੱਟਣਾ ਸ਼ਬਦ ਕੀ ਵਰਤਿਆ? ਰੋਣਾ ਪਿੱਟਣਾ। ਮੈਂ ਕਿਹਾ ਭਲਿਆ ਗੁਰੂ ਦੇ ਕੋਲ ਰੋਣਾ ਪਿੱਟਣਾ ਨਹੀਂ ਹੁੰਦਾ। ਇਹਨਾਂ ਸ਼ਲੋਕਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਡੀ ਜੀਵਨ ਦਾ, ਸਾਡੀ ਜ਼ਿੰਦਗੀ ਦਾ ਤੱਤ ਸਾਰ ਸਾਡੇ ਅੱਗੇ ਰੱਖਿਆ ਹੈ। ਅਸੀਂ ਕਰਦੇ ਕੀ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ। ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹਨ, ਜਿਸ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਵਕਤ ਦੀ ਮੁਗਲ ਹਕੂਮਤ ਨਾਲ 4 ਜੰਗਾਂ ਲੜੀਆਂ ਤੇ 4 ਜਿੱਤੀਆਂ। ਐਸੇ ਸੂਰਬੀਰ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਸਾਹਿਬ ਦੀ ਜੰਗ ਵਿੱਚ ਤੇਗ ਵਾਈ, ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਤੂੰ ਤਿਆਗ ਮੱਲ ਨਹੀਂ, ਤੂੰ ਤੇਗ ਬਹਾਦਰ ਹੈ, ਤੂੰ ਤਾਂ ਤੇਗ ਦਾ ਵੀ ਬਹਾਦਰ ਹੈ। ਐਸੇ ਗੁਰੂ ਤੇਗ ਬਹਾਦਰ ਸਾਹਿਬ ਕਦੇ ਨਿਰਾਸ਼ਤਾ ਵਿੱਚ ਆ ਸਕਦੇ ਨੇ? ਐਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਕਦੇ ਢਹਿੰਦੀ ਕਲਾ ਆ ਸਕਦੀ ਹੈ? ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਤੇ ਖਬਰਿਆ ਗੁਰੂ ਤੇਗ ਬਹਾਦਰ ਸਾਹਿਬ ਡੋਲ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲੇ ਨੂੰ ਪਾਣੀ ਦੇ ਵਿੱਚ, ਦੇਗ ਦੇ ਵਿੱਚ ਬਿਠਾਲ ਕੇ ਉਬਾਲਿਆ, ਜਿਸ ਤਰ੍ਹਾਂ ਆਲੂ ਉਬਾਲੀਦਾ ਇਸ ਤਰ੍ਹਾਂ ਉਬਾਲਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਵੀ ਅਡੋਲ ਰਹੇ, ਫਿਰ ਵੀ ਦ੍ਰਿੜ ਰਹੇ, ਫਿਰ ਵੀ ਉਹਨਾਂ ਨੇ ਇਰਾਦੇ ਦੀ ਮਜ਼ਬੂਤੀ ਰੱਖੀ। ਜਿਨ੍ਹਾਂ ਦੀ ਅੱਖਾਂ ਸਾਹਮਣੇ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ। ਐਸੇ ਮਜ਼ਬੂਤ ਇਰਾਦੇ ਵਾਲੇ, ਐਸੇ ਦ੍ਰਿੜ ਇਰਾਦੇ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਫਿਰ ਇੱਥੇ ਵਸ ਨਹੀਂ। ਜਿਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਇਕਲੌਤੇ ਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗਾਂ ਲੜੀਆਂ ਤੇ 14 ਹੀ ਜਿੱਤੀਆਂ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਨ੍ਹਾਂ ਦੀ ਏਡੀ ਇਰਾਦੇ ਦੀ ਮਜ਼ਬੂਤੀ, ਅੰਦਰਲੀ ਇੰਨੀ ਦ੍ਰਿੜਤਾ ਕਿ ਜੇ ਸੱਚੇ ਪਾਤਸ਼ਾਹ ਜੀ ਨੇ ਸਾਰਾ ਸਰਬੰਸ ਹੀ ਵਾਰ ਦਿੱਤਾ, ਜੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ, ਐਸੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਕਦੇ ਉਦਾਸ ਨਹੀਂ ਹੋ ਸਕਦੇ, ਕਦੇ ਨਿਰਾਸ਼ ਨਹੀਂ ਹੋ ਸਕਦੇ, ਕਦੇ ਢਹਿੰਦੀ ਕਲਾ ਵਿੱਚ ਨਹੀਂ ਜਾ ਸਕਦੇ। ਇਹ ਤੇ ਸਾਡੀ ਜੋ ਜ਼ਿੰਦਗੀ ਹੈ, ਸਤਿਗੁਰੂ ਨੇ ਸਾਡੀ ਜ਼ਿੰਦਗੀ ਦੀ ਤਸਵੀਰ ਸਾਡੇ ਅੱਗੇ ਰੱਖੀ ਹੈ। ਅਸੀਂ ਕਰਦੇ ਕੀ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ। ਇਸ ਲਈ ਮਤ ਕਦੇ ਸੋਚੀਏ ਕਿ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਦੇ ਵਿੱਚ ਕੋਈ ਢਹਿੰਦੀ ਕਲਾ ਦੀ ਗੱਲ ਕੀਤੀ ਹੈ। ਬਿਲਕੁਲ ਨਹੀਂ। ਸਤਿਗੁਰੂ ਜੀ ਤੇ ਸਗੋਂ ਸਾਨੂੰ ਸਮਝਾਉਂਦੇ ਹਨ। ਗੁਰਦੇਵ ਸੱਚੇ ਪਾਤਸ਼ਾਹ ਜੀ ਤੇ ਸਾਨੂੰ ਸਗੋਂ ਭੁੱਲਿਆਂ ਨੂੰ ਸਹੀ ਰਾਹ ਤੇ ਪਾਉਂਦੇ ਹਨ ਕਿ ਅਸੀਂ ਕਿਸੇ ਨਾ ਕਿਸੇ ਸਮੇਂ ਮੁੜ ਪਈਏ ਤੇ ਆਪਣੇ ਜੀਵਨ ਨੂੰ ਸਫਲ ਬਣਾ ਲਈਏ। ਸੋ ਆਓ ਬੜੇ ਪਿਆਰ ਦੇ ਨਾਲ ਅਗਲੇ ਸ਼ਲੋਕਾਂ ਦੀ ਵਿਚਾਰ ਸਰਵਣ ਕਰਦੇ ਹਾਂ। ਪਿਆਰ ਵਿੱਚ ਸਰਬੱਤ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ ਭਾਈ ਰਾਤ ਦਿਨ, ਨਿਸ ਕਹਿੰਦੇ ਹਨ ਰਾਤ ਨੂੰ, ਰਾਤ ਦਿਨ ਇਹ ਪ੍ਰਾਣੀ, ਇਹ ਮਨੁੱਖ ਭਾਈ ਮਾਇਆ ਵਾਸਤੇ ਡੋਲਦੇ ਹਨ, ਭਟਕਦੇ ਫਿਰਦੇ ਹਨ।
ਕਿਤੇ ਇਧਰੋਂ 4 ਕੌਡੀਆਂ ਆ ਜਾਣ, ਕਿਤੇ ਉਧਰੋਂ 4 ਕੌਡੀਆਂ ਆ ਜਾਣ। ਹਰ ਸਮੇਂ ਸਾਡੇ ਦਿਮਾਗ ਦੇ ਵਿੱਚ ਮਾਇਆ ਪ੍ਰਾਪਤੀ ਵਾਸਤੇ ਹੀ ਵਿਉਂਤ ਬੰਦੀਆਂ ਹੁੰਦੀਆਂ ਰਹਿੰਦੀਆਂ ਹਨ। ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਕਰੋੜਾਂ ਵਿੱਚੋਂ ਕੋਈ ਇੱਕ ਹੈ ਜਿਸ ਦੇ ਚਿੱਤ ਵਿੱਚ ਪਰਮੇਸ਼ਰ ਵਾਹਿਗੁਰੂ ਹੈ। ਨਹੀਂ ਤੇ ਹਰੇਕ ਦੇ ਚਿੱਤ ਵਿੱਚ ਮਾਇਆ ਦਾ ਮੋਹ ਹੀ ਹੈ, ਕਿਉਂਕਿ ਸਾਡੀ ਚੇਤਨਾ ਮਾਇਆ ਨੂੰ ਹੀ ਜ਼ਿਆਦਾ ਪਕੜਦੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੇ, ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹੇ। ਕਹਿਣ ਲੱਗੇ ਮੇਰਾ ਮਨ ਦਇਆ ਦੇ ਘਰ ਪਰਮੇਸ਼ਰ ਦੇ ਨਾਲ ਨਹੀਂ ਟਿਕਦਾ। ਲੋਭੀ, ਪਾਪੀ, ਪਾਖੰਡੀ ਮਾਇਆ ਅਧਿਕ ਲੱਗੇ। ਮਾਇਆ ਨਾਲ ਬਹੁਤ ਲੱਗਦਾ ਹੈ। ਕਿਤੇ ਮਾਇਆ ਦੀ ਗੱਲ ਚੱਲਦੀ ਹੋਵੇ ਉੱਥੇ ਮਨ ਬੜਾ ਰੀਝਦਾ ਹੈ, ਉੱਥੇ ਮਨ ਬੜਾ ਪਤੀਜਦਾ ਹੈ। ਸਤਿਗੁਰੂ ਕਹਿੰਦੇ ਨੇ ਸਾਰੇ ਲੋਕ ਭਾਈ ਰਾਤ ਦਿਨ ਬਸ ਮਾਇਆ ਵਾਸਤੇ ਹੀ ਭਟਕਦੇ ਫਿਰਦੇ ਹਨ। ਕੋਈ ਵਿਰਲਾ ਮਹਾਂਪੁਰਖ ਹੈ ਜਿਸ ਦੇ ਚਿੱਤ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਯਾਦ ਹੈ, ਜਿਸ ਦੀ ਚੇਤਨਾ ਵਿੱਚ ਪਰਮੇਸ਼ਰ ਵਾਹਿਗੁਰੂ ਹੈ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਇਸ ਤਰ੍ਹਾਂ ਕਿਰਪਾ ਕਰਦੇ ਹਨ। ਜੈਸੇ ਜਲ ਤੇ ਬੁੱਧ ਬੁਧਾਇ ਉਪਜੈ ਬਿਨ ਸੈਨੀਤਾ। ਸਤਿਗੁਰੂ ਜੀ ਆਖਦੇ ਨੇ ਭਾਈ, ਜੇ ਸੰਸਾਰ ਵਾਸਤੇ, ਜਿਹੜੇ ਦੁਨਿਆਵੀ ਪਦਾਰਥਾਂ ਵਾਸਤੇ, ਜਿਹੜੇ ਸੰਸਾਰੀ ਸੁੱਖਾਂ ਵਾਸਤੇ ਤੂੰ ਭਟਕਦਾ ਫਿਰਦਾ ਹੈ, ਇਹਦੀ ਅਸਲੀਅਤ ਕੀ ਹੈ? ਜਿਵੇਂ ਪਾਣੀ ਦੇ ਵਿੱਚੋਂ ਬੁਲਬੁਲੇ ਉਪਜਦੇ ਨੇ, ਬਿਰਸ ਜਾਂਦੇ ਨੇ। ਪਾਣੀ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਨਾਸ ਹੋ ਜਾਂਦੀਆਂ ਨੇ। ਪਾਣੀ ਦੇ ਵਿੱਚ ਝੱਗ ਪੈਦਾ ਹੁੰਦੀ ਹੈ, ਖਤਮ ਹੋ ਜਾਂਦੀ ਹੈ, ਸਦੀਵੀ ਨਹੀਂ ਹੈ। ਸਤਿਗੁਰੂ ਜੀ ਦੂਸਰੀ ਤੁਕ ਵਿੱਚ ਸਮਝਾਉਂਦੇ ਹਨ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤਾ। ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਮਿੱਤਰ ਸੁਣ, ਇਸੇ ਤਰ੍ਹਾਂ ਉਸ ਪਰਮੇਸ਼ਰ ਵਾਹਿਗੁਰੂ ਨੇ ਜਗਤ ਦੀ ਰਚਨਾ ਰਚੀ ਹੈ। ਇਹ ਜਗਤ ਵੀ ਕੋਈ ਸਦੀਵੀ ਨਹੀਂ ਹੈ, ਇਹ ਕੋਈ ਸੱਤ ਨਹੀਂ ਹੈ। ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਇਹ ਸੰਸਾਰ ਤੇ ਬਿਲਕੁਲ ਪਾਣੀ ਦੇ ਬੁਲਬੁਲਿਆਂ ਵਾਂਗ ਹੈ। ਪਤਾ ਨਹੀਂ ਕਿੰਨੀ ਵੇਰਾਂ ਹੋਂਦ ਵਿੱਚ ਆਇਆ ਤੇ ਕਿੰਨੀ ਵੇਰਾਂ ਇਸ ਦਾ ਵਿਨਾਸ਼ ਹੋਇਆ, ਕੋਈ ਗਿਣਤੀ ਹੀ ਨਹੀਂ ਹੈ, ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਜੇ ਕੋਈ ਸਥਿਰ ਹੈ, ਜੇ ਕੋਈ ਹਮੇਸ਼ਾ ਰਹਿਣ ਵਾਲਾ ਹੈ, ਤੇ ਉਹ ਹੈ ਪਰਮੇਸ਼ਰ ਵਾਹਿਗੁਰੂ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਭਾਈ ਇਸ ਨਾਸਵਾਨ ਸੰਸਾਰ ਦੇ ਵਿੱਚ ਹਰੇਕ ਜੀਵ ਨਾਸਵਾਨ ਪਦਾਰਥਾਂ ਦੇ ਵਾਸਤੇ ਹੀ ਭਟਕਦਾ, ਲੇਕਿਨ ਜੋ ਸਦੀਵੀ, ਜੋ ਸੱਤ, ਜੋ ਸਦਾ ਰਹਿਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਨਾਲ ਚਿੱਤ ਲਾਉਣ ਵਾਲਾ ਕੋਈ ਵਿਰਲਾ ਹੀ ਮਹਾਂਪੁਰਖ ਹੈ। ਉਹਨੂੰ ਆਪਣੀ ਚੇਤਨਾ ਵਿੱਚ ਵਸਾਉਣ ਵਾਲਾ ਕੋਈ ਵਿਰਲਾ ਹੀ ਮਹਾਂਪੁਰਖ ਹੈ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਹਨ। ਪ੍ਰਾਨੀ ਕਛੂ ਨ ਚੇਤਈ, ਮਦ ਮਾਇਆ ਕੈ ਅੰਦਰ। ਸਤਿਗੁਰੂ ਜੀ ਕਹਿੰਦੇ ਨੇ ਭਾਈ, ਇਹ ਅਗਿਆਨੀ ਮਾਇਆ ਦੇ ਨਸ਼ੇ ਵਿੱਚ, ਇਹ ਪ੍ਰਾਣੀ ਮਾਇਆ ਦੇ ਨਸ਼ੇ ਵਿੱਚ ਕਛੂ ਨਾ ਚੇਤੇ, ਕੁਝ ਚੇਤੇ ਨਹੀਂ ਕਰਦਾ, ਕੁਝ ਸਮਝਦਾ ਨਹੀਂ ਹੈ। ਇਹ ਮਾਇਆ ਦੇ ਵਿੱਚ ਇੰਨਾ ਮਸਤ ਹੋਇਆ ਪਿਆ, ਮਾਇਆ ਦੇ ਮੱਧ ਵਿੱਚ ਇੰਨਾ ਨਸ਼ਈ ਹੋਇਆ ਪਿਆ, ਇਹਨੂੰ ਕੁਝ ਸਮਝ ਆਉਂਦੀ ਹੀ ਨਹੀਂ ਹੈ, ਇਸ ਨੂੰ ਸਮਝ ਕੁਝ ਪੈਂਦਾ ਹੀ ਨਹੀਂ ਹੈ। ਗੁਰਬਾਣੀ ਗੁਰੂ ਸਾਹਿਬ ਸਮਝਾ ਰਹੇ ਨੇ, ਇਹ ਸੰਸਾਰ ਤੇ ਜਿੰਨੇ ਪੀਰ, ਫਕੀਰ, ਸਾਧੂ, ਸੰਤ, ਮਹਾਤਮਾ ਆਏ, ਸਭ ਮਨੁੱਖ ਨੂੰ ਸਮਝਾਉਂਦੇ ਆ ਰਹੇ ਨੇ। ਜਿੰਨੇ ਗ੍ਰੰਥ ਨੇ ਸਭ ਮਨੁੱਖ ਨੂੰ ਸਮਝਾਉਂਦੇ ਆ ਰਹੇ ਹਨ, ਪਰ ਇਹ ਕੁਝ ਚੇਤੇ ਨਹੀਂ ਕਰਦਾ, ਇਹ ਕੁਝ ਸਮਝਦਾ ਨਹੀਂ। ਇਸੇ ਕਰਕੇ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਕੋ ਕਹਿੰਦਿਆਂ ਚਾ ਗੇਂਦਿਆਂ, ਮੱਤੀ ਦੇਂਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੈ ਚਿੱਤ। ਮਾਇਆ ਦੇ ਨਸ਼ੇ ਵਿੱਚ ਧੁੱਤ ਹੋਇਆ ਮਨੁੱਖ, ਉਹ ਅਸਲੀ ਗੱਲ ਨੂੰ, ਸਹੀ ਗੱਲ ਨੂੰ, ਜੀਵਨ ਦੀ ਅਸਲੀ ਸੂਝ-ਬੂਝ ਨੂੰ ਸਮਝਦਾ ਹੀ ਨਹੀਂ ਹੈ। ਕਹੋ ਨਾਨਕ ਬਿਨ ਹਰ ਭਜਨ, ਪਰਤ ਤਾਹਿ ਜਮ ਫੰਦ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਉਹਦੇ ਭਜਨ ਤੋਂ ਬਿਨਾਂ, ਉਹਦੀ ਬੰਦਗੀ ਤੋਂ ਬਿਨਾਂ
ਫਿਰ ਐਸੇ ਮਨੁੱਖ ਦੇ ਗਲ ਵਿੱਚ ਜਮਾਂ ਦੀਆਂ ਫਾਹੀਆਂ ਪੈਂਦੀਆਂ ਨੇ। ਜਮਾਂ ਦੀਆਂ ਫਾਹੀਆਂ ਪੈਣ ਤੋਂ ਭਾਵ ਜਨਮ ਮਰਨ ਦੀਆਂ ਫਾਹੀਆਂ। ਜਮਾਂ ਦੀ ਮਾਰ, ਜਨਮਾਂ ਜਨਮਾਂ ਦੀ ਮਾਰ। ਐਸਾ ਮਨੁੱਖ ਫਿਰ ਉਸੇ ਗੇੜੇ ਵਿੱਚ ਪੈ ਜਾਂਦਾ ਹੈ, ਉਸੇ ਆਵਾਗਮਨ ਦੇ ਵਿੱਚ ਚੱਕਰ ਵਿੱਚ ਪੈ ਜਾਂਦਾ ਹੈ। ਮਸਾਂ ਕਿਤੇ ਇਸ ਨੂੰ ਇਹ ਮਨੁੱਖਾ ਜਨਮ ਮਿਲਿਆ, ਇਹ ਵਾਰੀ ਮਿਲੀ, ਮੌਕਾ ਮਿਲਿਆ, ਸਮਾਂ ਮਿਲਿਆ, ਪਰ ਇਸ ਨੇ ਸੰਭਾਲਿਆ ਨਹੀਂ। ਇਹ ਨਾਸਵੰਤ ਪਦਾਰਥਾਂ ਦੇ ਨਾਲ ਲੱਗ ਗਿਆ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਚਿਰਾਂ ਤੋਂ ਬਾਅਦ, ਬਹੁਤ ਚਿਰਾਂ ਤੋਂ ਬਾਅਦ ਇਹ ਦੇਹੀ, ਮਨੁੱਖਾ ਦੇਹੀ, ਦੇਹੀ ਤੇ ਸਾਰਿਆਂ ਕੋਲ, ਪਸ਼ੂਆਂ ਕੋਲ ਵੀ ਦੇਹੀ, ਪੰਛੀਆਂ ਕੋਲ ਵੀ ਦੇਹੀ, ਸਾਰਿਆਂ ਕੋਲ ਸਰੀਰ ਹੈ, ਪਰ ਇਹ ਮਨੁੱਖਾ ਸਰੀਰ ਇੱਕ ਵਾਰੀ ਹੈ, ਇੱਕ ਸਮਾਂ ਹੈ। ਸਤਿਗੁਰੂ ਕਹਿੰਦੇ ਨੇ ਇਸ ਨੇ ਅਸਲੀ ਗੱਲ ਨੂੰ ਸਮਝਿਆ ਨਹੀਂ, ਜੀਵਨ ਦੇ ਅਸਲ ਮਨੋਰਥ ਨੂੰ ਇਸ ਨੇ ਸਮਝਿਆ ਨਹੀਂ। ਜੀਵਨ ਕਿਉਂ ਮਿਲਿਆ? ਮਾਇਆ ਦੇ ਨਸ਼ੇ ਵਿੱਚ ਇਸ ਨੇ ਇਹ ਗੱਲ ਸਮਝੀ ਨਹੀਂ। ਮੁੜ ਕੇ ਫਿਰ ਜਮਾਂ ਦੀਆਂ ਫਾਹੀਆਂ ਪੈ ਗਈਆਂ, ਮੁੜ ਕੇ ਫਿਰ ਆਵਾਗਮਨ ਦੇ ਚੱਕਰ ਵਿੱਚ ਪੈ ਗਿਆ। ਇਸ ਤਰ੍ਹਾਂ ਸੱਚੇ ਪਾਤਸ਼ਾਹ ਸਮਝਾਉਂਦੇ ਹਨ। ਜੋ ਸੁਖ ਕਉ ਚਾਹੈ ਸਦਾ, ਸਰਨ ਰਾਮ ਕੀ ਲੇਹ। ਸਤਿਗੁਰੂ ਜੀ ਕਹਿੰਦੇ ਨੇ ਭਾਈ, ਜੇ ਤੂੰ ਸੁਖ ਚਾਹੁੰਦਾ ਹੈ, ਹਰ ਮਨੁੱਖ ਚਾਹੁੰਦਾ ਮੈਨੂੰ ਸੁਖ ਮਿਲੇ, ਸੁਖ ਮਿਲੇ। ਮਨੁੱਖ ਮਾਇਆ ਦੇ ਪਿੱਛੇ ਕਿਉਂ ਭਟਕਦਾ? ਸਿਰਫ ਸੁਖ ਵਾਸਤੇ। ਮਨੁੱਖ ਨੂੰ ਲੱਗਦਾ ਜੇ ਮਾਇਆ ਹੋਏਗੀ ਤੇ ਫਿਰ ਮੇਰੇ ਕੋਲ ਸੁਖ ਵੀ ਹੋਏਗਾ। ਮਾਇਆ ਨਾਲ ਸੁਖ ਦੇ ਸਾਧਨ ਹੋ ਸਕਦੇ ਨੇ, ਪਰ ਸੁਖ ਨਹੀਂ ਆ ਸਕਦਾ। ਸੁਖ ਇੱਕ ਅਲੱਗ ਚੀਜ਼ ਹੈ, ਸੁਖ ਇੱਕ ਵੱਖਰੀ ਚੀਜ਼ ਹੈ, ਲੇਕਿਨ ਸੁਖ ਦੇ ਸਾਧਨ ਉਹ ਇੱਕ ਅਲੱਗ ਚੀਜ਼ ਹੈ। ਸਾਧਨ ਤਨ ਤੱਕ ਸੀਮਿਤ ਹੁੰਦੇ ਨੇ, ਸੁਖ ਦਾ ਸੰਬੰਧ ਮਨ ਨਾਲ ਹੁੰਦਾ ਹੈ। ਅਸੀਂ ਅੱਜ ਸਾਡੇ ਕੋਲ ਸਾਰੀਆਂ ਸੁੱਖ ਸਹੂਲਤਾਂ ਨੇ। ਕਿਹੜੀ ਸਹੂਲਤ ਹੈ ਜੀ ਜਿਹੜੇ ਸਾਡੇ ਕੋਲ ਨਹੀਂ? ਸਵੇਰ ਨੂੰ ਉੱਠ ਕੇ ਇਸ਼ਨਾਨ ਕਰਨ ਵਾਸਤੇ ਸਾਡੇ ਕੋਲ ਚੰਗੇ ਵਧੀਆ ਸੋਹਣੇ ਬਾਥਰੂਮ ਬਣੇ ਹੋਏ ਨੇ, ਗਰਮ ਪਾਣੀ, ਚੰਗਾ ਸਾਡੇ ਕੋਲ ਪਹਿਨਣ ਨੂੰ, ਚੰਗਾ ਖਾਣ ਨੂੰ, ਚੰਗੀ ਕਾਰ, ਚੰਗਾ ਕਾਰੋਬਾਰ, ਸਭ ਕੁਝ। ਤੇ ਕੀ ਅਸੀਂ ਸੁਖੀ ਹਾਂ? ਕੀ ਅਸੀਂ ਸੁਖੀ ਹਾਂ? ਬਿਲਕੁਲ ਨਹੀਂ। ਜੇ ਅਸੀਂ ਸੁਖੀ ਹੁੰਦੇ ਤੇ ਫਿਰ ਗੁਰੂ ਨਾਨਕ ਸਾਹਿਬ ਇਹ ਬਚਨ ਕਿਉਂ ਕਹਿੰਦੇ ਜੀ? ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਸੁਖ ਚਾਹੁੰਦਾ ਹੈ ਨਾ, ਤੇ ਫਿਰ ਭਾਈ ਪਰਮੇਸ਼ਰ ਦੀ ਸ਼ਰਨ ਵਿੱਚ ਚਲਾ ਜਾ। ਸੁਖ ਮਿਲਣਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਵਿੱਚੋਂ, ਸੁਖ ਮਿਲਣਾ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਵਿੱਚੋਂ। ਦੇਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਵਿਰਾਜਮਾਨ ਹੁੰਦੇ ਸੀ ਉਦੋਂ ਵੀ ਸੁਖੀ, ਤੇ ਜਦੋਂ ਸੱਚੇ ਪਾਤਸ਼ਾਹ ਦਿੱਲੀ ਜਾ ਕੇ ਪਿੰਜਰੇ ਦੇ ਵਿੱਚ ਕੈਦ ਸਨ ਨਾ, ਪਿੰਜਰੇ ਵਿੱਚ, ਉਦੋਂ ਵੀ ਸੁਖੀ, ਉਦੋਂ ਵੀ ਸੁਖੀ। ਸੁਖ ਦਾ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਦਿਖਾਇਆ। ਸੁਖ ਕੀ ਹੁੰਦਾ ਹੈ? ਦੇਖੋ ਜਦੋਂ ਅਨੰਦਪੁਰ ਸਾਹਿਬ ਦੀਆਂ ਰੌਣਕਾਂ, ਜਦੋਂ ਸੰਗਤਾਂ, ਰਾਜੇ ਮਹਾਰਾਜੇ ਲਾਈਨਾਂ ਲਾ ਕੇ ਮੱਥਾ ਟੇਕਣ ਵਾਸਤੇ ਖੜੇ ਹੁੰਦੇ ਸੀ, ਉਹ ਵੀ ਇੱਕ ਆਨੰਦ ਸੀ। ਲੇਕਿਨ ਜਦੋਂ ਅੱਖਾਂ ਦੇ ਸਾਹਮਣੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਚੀਰਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ, ਇੱਕ ਉਹ ਵੀ ਦ੍ਰਿਸ਼ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਜੇ ਤੂੰ ਸੁਖ ਚਾਹੁੰਦਾ ਹੈ ਫਿਰ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਪੈ, ਉੱਥੋਂ ਹੀ ਤੈਨੂੰ ਪਰਮ ਆਨੰਦ, ਪਰਮ ਸੁਖ ਮਿਲ ਸਕਦਾ ਹੈ। ਕਹੁ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਮਹਾਰਾਜ ਕਹਿੰਦੇ ਨੇ ਹੇ ਮਨ ਸੁਣ, ਇਹ ਮਨੁੱਖਾ ਦੇਹੀ ਦੁਰਲਭ ਹੈ। ਦੁਰਲਭ ਦਾ ਅਰਥ ਹੁੰਦਾ ਹੈ ਜੋ ਚੀਜ਼ ਬਹੁਤ ਔਖੀ ਮਿਲੇ। ਇਹ ਮਨੁੱਖਾ ਦੇਹੀ ਬਹੁਤ ਸਾਨੂੰ ਔਖੀ ਮਿਲੀ ਹੈ। ਜਿਹੜੀ ਚੀਜ਼ ਜ਼ਿਆਦਾ ਔਖੀ ਮਿਲੇ ਨਾ, ਉਹ ਅਸੀਂ ਓਨੀ ਸਾਂਭ ਕੇ ਰੱਖਦੇ ਹਾਂ। ਸੋਨਾ ਬਹੁਤ ਔਖਾ ਲੱਭਦਾ ਹੈ, ਅਸੀਂ ਸਾਂਭ ਰੱਖਦੇ ਹਾਂ, ਪਰ ਲੋਹਾ ਓਨਾ ਔਖਾ ਨਹੀਂ ਲੱਭਦਾ, ਆਮ ਹੀ ਮਿਲ ਜਾਂਦਾ ਹੈ, ਅਸੀਂ ਓਨਾ ਸਾਂਭ ਕੇ ਨਹੀਂ ਰੱਖਦੇ। ਇਹ ਮਨੁੱਖਾ ਦੇਹੀ ਬਹੁਤ ਔਖੀ ਮਿਲੀ ਹੈ, ਤੇ ਸਤਿਗੁਰੂ ਕਹਿੰਦੇ ਨੇ ਇਹਨੂੰ ਸਫਲ ਬਣਾ ਲੈ, ਇਸ ਦਾ ਕੋਈ ਲਾਭ ਲੈ ਲੈ। ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾ ਰਹੇ ਹਨ। ਮਾਇਆ ਕਾਰਨ ਤਾਵਹੀ, ਮੂਰਖ ਲੋਗ ਅਜਾਨ। ਸੱਚੇ ਪਾਤਸ਼ਾਹ ਕਹਿੰਦੇ ਨੇ ਮੂਰਖ ਅਣਜਾਣ ਲੋਕ ਮਾਇਆ ਵਾਸਤੇ ਹੀ ਭਟਕਦੇ ਫਿਰਦੇ ਹਨ। ਕਹੁ ਨਾਨਕ ਬਿਨ ਹਰਿ ਭਜਨ, ਬਿਰਥਾ ਜਨਮ ਸਿਰਾਨ।
ਸਤਿਗੁਰੂ ਕਹਿੰਦੇ ਨੇ ਮਾਇਆ ਪਿੱਛੇ ਭਟਕ ਭਟਕ ਕੇ ਇਹਨਾਂ ਮੂਰਖ, ਇਹਨਾਂ ਅਣਜਾਣ ਲੋਕਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ ਹੈ। ਕਿਉਂਕਿ ਜੀਵਨ ਦਾ ਲਕਸ਼ ਕੋਈ ਇਹ ਨਹੀਂ ਸੀ। ਇਹ ਮਨੁੱਖਾ ਜਨਮ ਕੋਈ ਇਸ ਕਰਕੇ ਨਹੀਂ ਸੀ ਮਿਲਿਆ ਵੀ ਪੈਸਾ ਬਹੁਤ ਕਮਾ ਲਈਏ। ਇਹ ਮਨੁੱਖਾ ਜਨਮ ਇਸ ਕਰਕੇ ਨਹੀਂ ਸੀ ਮਿਲਿਆ ਕਿ ਧਨ ਦੌਲਤ ਬਹੁਤ ਇਕੱਠਾ ਕਰ ਲਈਏ। ਨਾ, ਇਸ ਕਰਕੇ ਨਹੀਂ ਸੀ ਮਿਲਿਆ। ਅਸੀਂ ਰੋਜ਼ਾਨਾ ਸਾਹਿਬ ਦੇ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਫਿਰ ਅੱਗੇ ਬਚਨ ਕਿਹਾ ਸਰੰਜਾਮ ਲਾਗ, ਭਵਜਲ ਤਰਨ ਕੈ, ਜਨਮ ਬਿਰਥਾ ਜਾਤ, ਰੰਗ ਮਾਇਆ ਕੈ। ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਜਨਮ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਬਿਰਥ ਜਾ ਰਿਹਾ ਹੈ। ਤੈਨੂੰ ਪਰਮੇਸ਼ਰ ਨੇ ਇਸ ਕਰਕੇ ਮਨੁੱਖਾ ਜਨਮ ਨਹੀਂ ਸੀ ਦਿੱਤਾ ਕਿ ਤੂੰ ਬਹੁਤ ਵੱਡੀ ਕੋਈ ਪਦਵੀ ਹਾਸਲ ਕਰ ਲਵੇਂ, ਕੋਈ ਰਾਜਾ ਮਹਾਰਾਜਾ ਬਣ ਜਾਵੇਂ। ਨਾ, ਤੈਨੂੰ ਇਹ ਮੌਕਾ ਦਿੱਤਾ ਸੀ ਕਿ ਜਿਸ ਪਰਮੇਸ਼ਰ ਤੋਂ ਵਿਛੜਿਆ ਉਸ ਪਰਮੇਸ਼ਰ ਦੇ ਨਾਲ ਮਿਲ। ਇਸ ਲਈ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਜਿਹੜੇ ਮੂਰਖ ਤੇ ਅਣਜਾਣ ਲੋਕ ਮਾਇਆ ਪਿੱਛੇ ਭਟਕਦੇ ਫਿਰਦੇ ਹਨ, ਸਹੀ ਅਰਥਾਂ ਵਿੱਚ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ। ਮਹਾਰਾਜ ਕਹਿੰਦੇ ਨੇ ਜਿਹੜਾ ਭਾਈ ਰਾਤ ਦਿਨ ਪਰਮੇਸ਼ਰ ਨੂੰ ਯਾਦ ਕਰਦਾ ਹੈ, ਜਿਹੜਾ ਮਾਇਆ ਪਿੱਛੇ ਨਹੀਂ ਭਟਕਦਾ। ਮਾਇਆ ਤੇ ਆਉਣੀ ਆਉਣੀ ਹੈ। ਜਿੰਨੀ ਸਾਡੀ ਕਿਸਮਤ, ਜਿੰਨੀ ਸਾਡੇ ਭਾਗ ਵਿੱਚ ਲਿਖੀ ਹੈ ਨਾ, ਉਹ ਪਰਮੇਸ਼ਰ ਨੇ ਸਾਨੂੰ ਦੇਣੀ ਹੈ। ਸਾਨੂੰ ਕਿਰਤ ਕਰਨੀ ਰੱਬ ਨੇ ਸਿਖਾਈ ਹੈ, ਦਿੱਤੀ ਹੈ। ਕਿਰਤ ਹਰ ਸਿੱਖ ਨੇ ਕਰਨੀ ਹੈ, ਪਰ ਭਟਕਣਾ ਨਹੀਂ ਹੋਣੀ ਚਾਹੀਦੀ। ਮਹਾਰਾਜ ਕਹਿੰਦੇ ਨੇ ਜਿਹੜਾ ਰਾਤ ਦਿਨ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਜੋੜ ਕੇ ਰੱਖਦਾ, ਰੂਪ ਰਾਮ ਤੇ ਜਾਨ, ਉਹਨੂੰ ਤੇ ਰੱਬ ਦਾ ਹੀ ਰੂਪ ਸਮਝ, ਉਹਨੂੰ ਤੇ ਪਰਮੇਸ਼ਰ ਦਾ ਹੀ ਰੂਪ ਸਮਝ। ਇਸ ਤਰ੍ਹਾਂ ਕਿਰਪਾ ਕਰਦੇ ਹਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸੱਚੇ ਪਾਤਸ਼ਾਹ ਕਹਿੰਦੇ ਨੇ ਗੱਲ ਸੱਚੀ ਮੰਨ ਲੈ। ਭਾਈ ਹਰ ਜਨ, ਹਰੀ ਦਾ ਜਨ ਤੇ ਪਰਮੇਸ਼ਰ, ਉਹਨਾਂ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਅਸੀਂ ਰੋਜ਼ਾਨਾ ਰਹਿਰਾਸ ਸਾਹਿਬ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ ਨਾ, ਹਰ ਹਰ ਜਨ ਦੁਈ ਏਕ ਹੈ, ਬਿੰਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੀ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕਦੇ ਬਚਨ ਪੜ੍ਹੋ। ਸਾਹਿਬ ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਮਤਾ ਜਾਣੋ ਜੀ ਇਹ ਮਨੁੱਖਾ ਦੇਹੀ ਵਿੱਚ ਹੈ। ਭਾਈ ਅੰਦਰ ਤੇ ਉਹ ਪਰਮੇਸ਼ਰ ਵਾਹਿਗੁਰੂ ਵਰਤ ਰਿਹਾ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏਗਾ। ਅਸੀਂ ਮਾਇਆ ਪਿੱਛੇ ਭਟਕਦੇ ਹਾਂ। ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਉਸ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਤੇ ਬਈ ਚਲਦੇ ਫਿਰਦੇ ਰੱਬ ਹੀ ਸਮਝੋ, ਉਹ ਤੇ ਪਰਮੇਸ਼ਰ ਦੇ ਸਰੂਪ ਹਨ, ਕੋਈ ਫਰਕ ਹੀ ਨਹੀਂ ਹੈ। ਮਨ ਮਾਇਆ ਮੈਂ ਫਾਦ ਰਹਿਓ, ਬਿਸਰਿਓ ਗੋਬਿੰਦ ਨਾਮ। ਪਰ ਹਜੂਰ ਕਹਿੰਦੇ ਨੇ ਦੂਸਰੇ ਪਾਸੇ ਭਾਈ ਲੋਕਾਂ ਦੇ ਜਿਹੜੇ ਮਨ ਨੇ ਉਹ ਮਾਇਆ ਦੇ ਵਿੱਚ ਫਸੇ ਹੋਏ ਨੇ। ਜੋ ਪਰਮੇਸ਼ਰ ਵਾਹਿਗੁਰੂ ਹੈ ਉਹ ਵਿਸਰ ਗਿਆ ਹੈ, ਉਹ ਭੁੱਲ ਗਿਆ ਹੈ। ਵਿਛੜੇ ਤੇ ਅਸੀਂ ਸਾਰੇ ਹਾਂ, ਸਾਨੂੰ ਰੱਬ ਵਿਸਰ ਵੀ ਗਿਆ ਹੈ। ਵਿਛੜਨਾ ਗੱਲ ਕੁਛ ਹੋਰ, ਵਿਸਰਨਾ ਗੱਲ ਕੁਛ ਹੋਰ। ਵਿਛੜਨਾ ਤੇ ਵਿਸਰਨਾ ਇਹ ਦੋ ਸ਼ਬਦ ਵੱਖਰੇ ਵੱਖਰੇ ਨੇ। ਵਿਛੜਦੇ ਤੇ ਸਾਰੇ ਹੀ ਨੇ, ਵਿਛੜਦੇ ਤੇ ਸਾਰੇ ਹੀ ਨੇ। ਕੋਈ ਮਾਂ-ਬਾਪ ਦਾ ਪੁੱਤਰ ਨੌਕਰੀ ਕਰਨ ਵਾਸਤੇ, ਕੋਈ ਜੌਬ ਕਰਨ ਵਾਸਤੇ ਕਿਤੇ ਦੂਰ ਵਿਦੇਸ਼ ਵਿੱਚ ਚਲਾ ਜਾਂਦਾ, ਵਿਛੜ ਗਿਆ। ਲੇਕਿਨ ਵਿਸਰਿਆ ਥੋੜ੍ਹੋ ਹੈ। ਇਹ ਥੋੜ੍ਹੋ ਹੈ ਕਿ ਉਸ ਬੱਚੇ ਨੂੰ ਮਾਂ-ਬਾਪ ਭੁੱਲ ਗਏ ਹੋਣ ਜਾਂ ਮਾਂ-ਬਾਪ ਨੂੰ ਬੱਚੇ ਭੁੱਲ ਗਏ ਹੋਣ, ਇਸ ਤਰ੍ਹਾਂ ਥੋੜ੍ਹੋ ਹੈ। ਵਿਸਰੇ ਨਹੀਂ ਹੈ। ਵਿਛੜ ਜਾਣਾ ਇੱਕ ਹੋਰ ਗੱਲ, ਵਿਸਰ ਜਾਣਾ ਇੱਕ ਗੱਲ ਹੋਰ। ਵਿਸਰਨ ਦਾ ਅਰਥ ਹੁੰਦਾ ਭੁੱਲ ਜਾਣਾ, ਦਿਲ ਦਿਮਾਗ ਵਿੱਚੋਂ ਕੱਢ ਹੀ ਦੇਣਾ, ਚੇਤਾ ਹੀ ਭੁਲਾ ਦੇਣਾ। ਸਤਿਗੁਰੂ ਕਹਿੰਦੇ ਨੇ ਵਿਛੜਿਆ ਤੇ ਹੈ ਹੀ ਸੀ ਇਹ, ਇਸ ਵਿੱਚ ਕੋਈ ਫਰਕ ਸ਼ੱਕ ਨਹੀਂ ਹੈ। ਬਾਬਾ ਰਵਿਦਾਸ ਜੀ ਦਾ ਬਚਨ ਤੁਸੀਂ ਕਈ ਵਾਰ ਸਰਵਣ ਕੀਤਾ ਹੋਵੇਗਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਪਰ ਹਜੂਰ ਕਹਿੰਦੇ ਨੇ ਇੱਥੇ ਵਿਛੜਿਆ ਤੇ ਹੈ ਸੀ, ਉਹ ਤੇ ਰੱਬ ਨੇ ਵਿਸਾਰ ਹੀ ਦਿੱਤਾ, ਭੁਲਾ ਹੀ ਦਿੱਤਾ। ਇਸ ਨੇ ਪਰਮੇਸ਼ਰ ਵਾਹਿਗੁਰੂ ਨੂੰ ਆਪਣੇ ਦਿਲ ਦਿਮਾਗ ਦੇ ਵਿੱਚੋਂ ਕੱਢ ਹੀ ਦਿੱਤਾ। ਇਹ ਕਹਿੰਦਾ ਰੱਬ ਹੁੰਦਾ ਹੀ ਕੌਣ ਹੈ,
ਇਹ ਕਹਿੰਦਾ ਰੱਬ ਨਾਲ ਮੇਰਾ ਵਾਸਤਾ ਹੀ ਕੀ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਸਮਝਾਉਂਦੇ ਨੇ, ਕਹਿਣ ਲੱਗੇ ਮਨ ਮਾਇਆ ਦੇ ਵਿੱਚ ਇੰਨਾ ਕੁ ਫਸ ਗਿਆ ਕਿ ਪਰਮੇਸ਼ਰ ਵਾਹਿਗੁਰੂ ਇਸਨੇ ਭੁਲਾ ਹੀ ਦਿੱਤਾ, ਦਿਲ ਦਿਮਾਗ ਦੇ ਵਿੱਚ ਉਹਨੇ ਕੱਢ ਹੀ ਦਿੱਤਾ ਹੈ। ਕਹੁ ਨਾਨਕ ਬਿਨ ਹਰ ਭਜਨ ਜੀਵਨ ਕੋ ਨੇਕਾਮ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਨਾਮ ਤੋਂ ਬਿਨਾ ਤੇਰਾ ਜੀਵਨ ਕਿਸ ਕੰਮ ਹੈ, ਕਿਸੇ ਕੰਮ ਨਹੀਂ ਹੈ। ਜੇ ਤੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਯਾਦ ਹੀ ਨਹੀਂ, ਜੇ ਤੂੰ ਪਰਮੇਸ਼ਰ ਨੂੰ ਹੀ ਵਿਸਾਰ ਦਿੱਤਾ, ਪਰਮੇਸ਼ਰ ਨੂੰ ਹੀ ਭੁਲਾ ਦਿੱਤਾ, ਫਿਰ ਦੱਸ ਇਹ ਤੇਰਾ ਜੀਵਨ ਕਿਸ ਕੰਮ ਹੈ, ਕਿਸ ਅਰਥ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿਣ ਲੱਗੇ, ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਜੇ ਤੂੰ ਪਰਮੇਸ਼ਰ ਦਾ ਨਾਮ ਭੁਲਾ ਕੇ ਚੰਗੇ ਵਸਤਰ ਪਹਿਨਦਾ, ਚੰਗੇ ਪਦਾਰਥ ਖਾਂਦਾ, ਇਹ ਬਿਲਕੁਲ ਏਦਾਂ ਜਿਵੇਂ ਕੋਈ ਕੁੱਤਾ ਝੂਠ ਵਿੱਚ ਮੂੰਹ ਮਾਰ ਰਿਹਾ ਹੋਵੇ। ਨਾਮ ਬਿਨਾ ਜੋ ਪਹਿਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਨਾਮ ਬਿਨਾ ਜੀਤਾ ਵਿਵਹਾਰ, ਜੋ ਮਿਰਤਕ ਮਿਥਿਆ ਸ਼ਿੰਗਾਰ। ਨਾਮ ਵਿਸਾਰ ਕਰੇ ਰਸ ਭੋਗ, ਸੁਖ ਸੁਪਨੇ ਨਹੀਂ ਤਨ ਮੈਂ ਰੋਗ। ਨਾਮ ਤਿਆਗ ਕਰੇ ਅਨਕਾਜ, ਬਿਨ ਸਜਾਏ ਝੂਠੇ ਸਭ ਪਾਜ। ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਹਰ ਕਾ ਨਾਮ ਜਿਨ ਮਨ ਨਾ ਅਰਾਧਾ, ਚੋਰ ਕੀ ਨਿਆਈ ਜਮਪੁਰ ਬੰਦਾ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਾਸਾਰਾ। ਹਰ ਕਾ ਨਾਮ ਸੋਈ ਜਨ ਲੈ। ਸਾਹਿਬ ਕਹਿੰਦੇ ਨੇ ਸਾਰਿਆਂ ਦੀ ਵਸ ਦੀ ਬਾਤ ਹੀ ਨਹੀਂ। ਹਰ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਭਾਈ ਪਰਮੇਸ਼ਰ ਕਿਰਪਾ ਕਰਕੇ ਜਿਹਨੂੰ ਦੇ ਦੇਵੇ। ਇਹ ਸਾਰਿਆਂ ਦੀ ਵਸ ਦੀ ਬਾਤ ਹੀ ਨਹੀਂ। ਨਾਮ ਜਪਣਾ ਇਹ ਸਾਰਿਆਂ ਦੇ ਵਸ ਦੀ ਬਾਤ ਨਹੀਂ। ਇਹ ਬੜੀ ਔਖੀ ਘਾਟੀ ਹੈ, ਬਹੁਤ ਔਖੀ ਘਾਟੀ ਹੈ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਚਤੁਰਾਈ ਅਤ ਕਨੀ, ਹਰ ਜਪ ਹਿਰਦੈ ਮਾਹੇ। ਸੂਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾ ਹੈ। ਸੂਰੀ, ਸੂਲੀ, ਪੁਰਾਣੇ ਸਮਿਆਂ ਦੇ ਵਿੱਚ ਇੱਕ ਸਜ਼ਾ ਹੁੰਦੀ ਸੀ ਸੂਲੀ ਦੀ। ਇੱਕ ਲੋਹੇ ਦੀ ਵੱਡੀ ਰਾੜ ਹੇਠਾਂ ਤੋਂ ਮੋਟੀ ਉੱਪਰੋਂ ਬਰੀਕ ਹੁੰਦੀ ਜਾਂਦੀ ਸੀ, ਉੱਪਰ ਜਾ ਕੇ ਸੂਈ ਵਰਗੀ ਬਰੀਕ। ਬਾਬਾ ਕਬੀਰ ਜੀ ਕਹਿੰਦੇ ਨੇ ਬਸ ਉਹ ਸੂਲੀ ਦੇ ਉੱਪਰ ਜਿਹੜਾ ਨੱਚਣਾ ਨਾ, ਖੇਡਣਾ, ਇੰਨਾ ਔਖਾ ਕੰਮ ਹੈ ਨਾਮ ਜਪਣਾ। ਮੂੰਹ ਤੋਂ ਵਾਹਿਗੁਰੂ ਨਹੀਂ ਨਿਕਲਦਾ, ਬਾਕੀ ਤੇ ਗੱਲ ਛੱਡੋ। ਭਾਈ ਜੀ ਕਹਿੰਦੇ ਨੇ ਗੱਜ ਕੇ ਬੋਲੋ ਜੀ, ਕੋਈ ਨਹੀਂ ਬੋਲਦਾ, ਸਾਰੇ ਚੁੱਪ ਕਰਕੇ ਖੜੇ ਰਹਿੰਦੇ। ਉਹ ਭਾਈ ਵਿਚਾਰਾ ਆਪ ਹੀ ਕਹਿ ਲੈਂਦਾ ਵਾਹਿਗੁਰੂ ਚੱਲ ਲੱਗੇ। ਮੂੰਹ ਤੋਂ ਵਾਹਿਗੁਰੂ ਬੋਲਣਾ ਬੜਾ ਔਖਾ ਕੰਮ ਹੈ, ਕੋਈ ਸੌਖਾ ਕੰਮ ਨਹੀਂ। ਤੇ ਨਿੰਦਿਆ ਭਾਵੇਂ ਸਵੇਰ ਤੋਂ ਲੈ ਕੇ ਤਕਾਲਾਂ ਤੱਕ ਕਰਾ ਲਓ, ਜਾਂ ਤੇ ਜਵਾਨ ਮੂੰਹ ਚ ਪਾ ਜਾਈਏ। ਵਾਹਿਗੁਰੂ ਬੋਲਣਾ ਬੜਾ ਔਖਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੇਰੇ ਜੀਵਨ ਵਿੱਚ ਨਾਮ ਹੀ ਨਹੀਂ ਭਲਿਆ, ਫਿਰ ਤੇਰਾ ਜੀਵਨ ਕਿਸ ਕੰਮ ਹੈ। ਇਸ ਤਰ੍ਹਾਂ ਸਮਝਾਉਂਦੇ ਹਨ। ਪ੍ਰਾਨੀ ਰਾਮ ਨ ਚੇਤਈ, ਮਦ ਮਾਇਆ ਕੈ ਅੰਧ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਗਿਆਨੀ ਮਾਇਆ ਦੇ ਨਸ਼ੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਕਦੇ ਚੇਤੇ ਕਰਦਾ ਹੀ ਨਹੀਂ ਹੈ। ਕਹੁ ਨਾਨਕ ਹਰ ਭਜਨ ਬਿਨ, ਭਰਤ ਦਾਹੇ ਜਮ ਫੰਦ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸੇ ਕਰਕੇ ਫਿਰ ਜਮਾਂ ਦੀਆਂ ਫਾਹੀਆਂ ਇਹਦੇ ਗਲ ਵਿੱਚ ਪੈ ਜਾਂਦੀਆਂ, ਆਵਾਗਮਨ ਦੇ ਚੱਕਰ ਵਿੱਚ ਫੇਰ ਪੈ ਜਾਂਦਾ ਹੈ। ਸੁਖ ਮੈਂ ਬਹੁ ਸੰਗੀ ਪਏ, ਦੁਖ ਮੈਂ ਸੰਗ ਨ ਕੋਈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਸਾਰ ਦੀ ਅਸਲੀਅਤ ਦੱਸਦੇ ਨੇ, ਸੱਚਾਈ ਦੱਸਦੇ ਨੇ। ਸੱਚਾਈ ਇਹੀ ਹੈ, ਸੁਖ ਮੈਂ ਸਭ ਸੰਗੀ ਪਏ। ਜਦੋਂ ਤੇ ਸੁਖ ਹੁੰਦਾ ਹੈ, ਜਦੋਂ ਤੇ ਚਾਰ ਕੌਡੀਆਂ ਹੁੰਦੀਆਂ, ਜਦੋਂ ਤੇ ਕੋਈ ਮਾੜੀ ਮੋਟੀ ਛੋਟੀ ਮੋਟੀ ਕੋਈ ਪਦਵੀ ਹੁੰਦੀ ਹੈ, ਫਿਰ ਤੇ ਆਲੇ ਦੁਆਲੇ ਫਿਰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਜਦੋਂ ਆ ਜਾਂਦਾ ਦੁੱਖ, ਫਿਰ ਸਭ ਪਾਸੇ ਭੱਜ ਜਾਂਦੇ ਨੇ, ਫਿਰ ਕੋਈ ਨੇੜੇ ਨਹੀਂ ਟੁਕਦਾ। ਸੰਸਾਰ ਦੀ ਅਸਲੀਅਤ ਇਹ ਹੈ, ਸੰਸਾਰ ਦੀ ਸੱਚਾਈ ਇਹ ਹੈ। ਸਾਰੇ ਸੁੱਖ ਦੇ ਸਾਥੀ ਨੇ, ਦੁੱਖ ਦਾ ਕੋਈ ਸਾਥੀ ਨਹੀਂ। ਸਾਧ ਸੰਗਤ ਸੱਚੇ ਪਾਤਸ਼ਾਹ ਦੇ ਬਾਣੀ ਵਿੱਚ ਇੱਕ ਥਾਵੇਂ ਨਹੀਂ, ਐਸੇ ਬਚਨ ਅਨੰਤ ਥਾਵੇਂ ਸਾਨੂੰ ਸਮਝਾਏ ਨੇ। ਹਜ਼ੂਰ ਕਹਿੰਦੇ ਨੇ ਮਨ ਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿੱਚਰ ਪਹਿਨਣ ਖਾਵਨੇ, ਤਿੱਚਰ ਰੱਖਣ ਗੰਢ। ਜਿਤ ਦਿਨ ਕਿਛ ਨਾ ਹੋਵੇ, ਤਿਤ ਦਿਨ ਬੋਲਣ ਗੰਧ। ਕਹਿਣ ਲੱਗੇ ਜਿੰਨਾ ਚਿਰ ਤੇ ਕੌਡੀਆਂ ਮਿਲਦੀਆਂ ਰਹਿੰਦੀਆਂ, ਜਿੰਨਾ ਚਿਰ ਤੇ ਉਹਨਾਂ ਤੋਂ ਕੋਈ ਪੂਰੀ ਹੁੰਦੀ ਰਹਿੰਦੀ ਹੈ, ਮੰਗ ਪੂਰੀ ਹੁੰਦੀ ਰਹਿੰਦੀ ਹੈ, ਗਰਜ ਪੂਰੀ ਹੁੰਦੀ ਰਹਿੰਦੀ ਹੈ, ਉਹਨਾਂ ਚਿਰ ਤੇ ਘੇਰਾ ਕੱਟੀ ਬੈਠੇ ਸੀ, ਤੇਰੇ ਤੋਂ ਫਿਕਰ ਨਾ ਕਰ, ਨਾਲ ਆ ਤੇਰੇ। ਤੇ ਜਦੋਂ ਫਿਰ
ਕੋਈ ਵਿਪਤਾ ਪੈਂਦੀ ਹੈ ਪੱਲੇ ਕੱਖ ਨਹੀਂ, ਸਭ ਪਿਛਾਂਹ ਹਟ ਜਾਂਦੇ। ਉਧਰ ਨਿੰਦਿਆ ਕਰਨ ਲੱਗ, ਪਹਿਲਾਂ ਬੜਾ ਸਮਝਾਇਆ ਸੀ, ਮੰਨਿਆ ਹੀ ਨਹੀਂ ਉਦੋਂ, ਬੜਾ ਸਮਝਾਇਆ ਸੀ ਉਹਨੂੰ, ਫਿਰ ਅਕਲਾਂ ਦੇਣਗੇ, ਫਿਰ ਅਕਲਾਂ ਦੇਣਗੇ। ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਸੁੱਖ ਦੇ ਸਾਥੀ ਨੇ, ਦੁੱਖ ਦੇ ਵਿੱਚ ਕੋਈ ਨਹੀਂ ਨੇੜੇ ਟੁਕਦਾ। ਤੇ ਨੇੜੇ ਦੁੱਖ ਦਾ ਸਾਥੀ ਕੌਣ ਹੈ? ਅਗਲੀ ਤੁਕ ਵਿੱਚ ਮਹਾਰਾਜ ਦੱਸਦੇ ਹਨ, ਕਹੋ ਨਾਨਕ ਹਰ ਭਜ ਮਨਾਇ ਅੰਤ ਸਹਾਈ ਹੋਏ। ਮਹਾਰਾਜ ਕਹਿੰਦੇ ਨੇ ਹੇ ਮਨ ਪਰਮੇਸ਼ਰ ਦਾ ਨਾਮ ਜਪਿਆ ਕਰ, ਪਰਮੇਸ਼ਰ ਦਾ ਨਾਮ ਹੀ ਅੰਤ ਵੇਲੇ ਸਹਾਈ ਹੋਣ ਵਾਲਾ ਹੈ, ਇਹੀ ਆਖਰ ਤੇ ਤੇਰੀ ਬਾਹ ਫੜਨ ਵਾਲਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਮਹਾਰਾਜ ਕਹਿੰਦੇ ਜਿੱਥੇ ਮਾਤਾ ਪਿਤਾ ਕੋਈ ਤੇਰੇ ਨੇੜੇ ਨਹੀਂ ਨਾ ਟੁਕਣਾ, ਉੱਥੇ ਨਾਮ ਤੇਰੀ ਸਹਾਇਤਾ ਕਰੇਗਾ। ਪਰ ਤਾਂ ਕਰੇਗਾ ਜੇ ਤੂੰ ਜਪਿਆ ਹੋਏਗਾ, ਜੇ ਜਪਿਆ ਹੋਏਗਾ। ਜੇ ਨਾਮ ਤੂੰ ਜਪਿਆ ਹੀ ਨਹੀਂ ਫੇਰ ਨਹੀਂ, ਫੇਰ ਬਾਤ ਨਹੀਂ ਬਣਨੀ। ਅਸੀਂ ATM ਦੇ ਵਿੱਚ ਕਾਰਡ ਮਾਰਦੇ ਆ ਨਾ, ਤੇ ਜੇ ਅਕਾਊਂਟ ਵਿੱਚ ਪੈਸੇ ਨਾ ਹੋਣਗੇ ਤੇ ਕਾਰਡ ਕੀ ਕਰੇਗਾ? ਇੱਕ ਵਾਰੀ ਮਾਰੋ, ਦੋ ਵਾਰੀ ਮਾਰੋ, ਕੀ ਕਰੇਗਾ? ਅਗਲੇ ਬਲੌਕ ਕਰ ਦੇਣਗੇ। ਜੇ ਨਾਮ ਜਪਿਆ ਹੀ ਨਹੀਂ, ਕਈ ਲੋਕ ਨੇ ਗੁਰਦੁਆਰੇ ਮੱਥਾ ਨਹੀਂ ਟੇਕਣਾ, ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ, ਕਦੇ ਨਿਤਨੇਮ ਨਹੀਂ ਕਰਨਾ, ਕਦੇ ਸਤ ਸੰਗਤ ਨਹੀਂ ਕਰਨੀ, ਤੇ ਜਦੋਂ ਕੋਈ ਵਿਪਤਾ ਪੈਂਦੀ ਫਿਰ ਕਹਿਣਗੇ ਕਿ ਨਹੀਂ ਜੀ ਅਰਦਾਸ ਕਰੋ ਵੀ ਗੁਰੂ ਤੁਹਾਡੇ ਵਾਸਤੇ ਬੈਠਾ, ਬਸ ਵੀ ਆਵੇ ਤੇ ਇਹਦਾ ਕੰਮ ਕਰੀਏ। ਅਸੀਂ ਨਾ ਗੁਰੂ ਨੂੰ ਕਦੇ ਯਾਦ ਕਰੀਏ, ਅਸੀਂ ਨਾ ਗੁਰੂ ਨੂੰ ਕਦੇ ਮੱਥਾ ਟੇਕੀਏ, ਅਸੀਂ ਨਾ ਕਦੇ ਗੁਰੂ ਦੀ ਸ਼ਰਨ ਵਿੱਚ ਬੈਠੀਏ। ਪਰ ਜਦੋਂ ਗੁਰੂ ਨੂੰ ਕੰਮ ਕਹੀਏ ਤੇ ਗੁਰੂ ਕਰੇ, ਗੁਰੂ ਕਰੇ। ਅਸੀਂ ਗੁਰੂ ਵਾਸਤੇ, ਸਾਡੇ ਕੋਲ ਗੁਰੂ ਵਾਸਤੇ ਟਾਈਮ ਨਹੀਂ, ਤੇ ਗੁਰੂ ਸਾਡੇ ਵਾਸਤੇ 24 ਆਵਰ ਹੀ ਤਿਆਰ ਬੈਠਾ ਰਹੇ ਕਿ ਜਦੋਂ ਮਰਜ਼ੀ ਕਹੀਏ ਉਦੋਂ ਕੰਮ ਲੈ ਲਈਏ। ਸਾਧ ਸੰਗਤ ਜੀ, ਇਸ ਤਰ੍ਹਾਂ ਬਾਤਾਂ ਨਹੀਂ ਬਣਦੀਆਂ, ਇਸ ਤਰ੍ਹਾਂ ਕੰਮ ਨਹੀਂ ਬਣਦੇ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਨਾਮ ਦਾ ਧਨ ਤੇਰੇ ਕੋਲ ਹੋਏਗਾ ਤੇ ਸੱਜਣਾ ਸਮੇਂ ਸਿਰ ਆਣ ਕੇ ਖਰਚ ਲਵੇਂਗਾ। ਜੇ ਤੂੰ ਨਾਮ ਦਾ ਧਨ ਇਕੱਠਾ ਹੀ ਨਹੀਂ ਕੀਤਾ ਤੇ ਫਿਰ ਔਖੇ ਵੇਲੇ ਕਿਵੇਂ ਖਰਚੇਗਾ? ਇਸ ਲਈ ਅੰਤ ਵੇਲੇ, ਆਖਰ ਤੇ ਔਖੀ ਵੇਲੇ ਸਹਾਈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਹੋਣਾ। ਜਨਮ ਜਨਮ ਪਰਮਤ ਫਿਰਿਓ, ਮਿਟਿਓ ਨ ਜਮ ਕੋ ਤਰਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਨਮ ਜਨਮ ਭਟਕਦਾ ਫਿਰਦਾ ਰਿਹਾ, ਕਈ ਜਨਮ ਭਟਕਦਾ ਫਿਰਦਾ ਰਿਹਾ, ਪਰ ਅਜੇ ਮਨੁੱਖਾ ਜਨਮ ਦੇ ਵਿੱਚ ਆ ਕੇ ਵੀ ਜਮਾਂ ਦਾ ਤਰਾਸ, ਜਮਾਂ ਦਾ ਡਰ ਮਿਟਿਆ ਨਹੀਂ। ਮਨੁੱਖਾ ਜਨਮ ਦੇ ਵਿੱਚ ਆਣ ਕੇ ਸਾਡੇ ਅੰਦਰੋਂ ਉਹ ਡਰ ਨਿਕਲ ਜਾਣਾ ਚਾਹੀਦਾ ਸੀ। ਮਨੁੱਖਾ ਜਨਮ ਦੇ ਵਿੱਚ ਆਣ ਕੇ ਉਹ ਭਟਕਣਾ ਤੋਂ ਮੁਕਤੀ ਪਾ ਲੈਣੀ ਚਾਹੀਦੀ ਸੀ। ਮਨੁੱਖਾ ਜਨਮ ਦੇ ਵਿੱਚ ਆਣ ਕੇ ਮੌਤ ਤੋਂ ਮੁਕਤੀ ਪਾ ਲੈਣੀ ਚਾਹੀਦੀ ਸੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਾਤ ਉੱਥੇ ਦੀ ਉੱਥੇ ਹੀ ਹੈ, ਗੱਲ ਉੱਥੇ ਦੀ ਉੱਥੇ ਖੜੀ ਹੈ। ਪਹਿਲਾਂ ਵੀ ਭਟਕਦੇ ਹੀ ਰਹੇ, ਹੁਣ ਵੀ ਭਟਕਦੇ ਹੀ ਹਾਂ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵਹਿ ਬਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਮਨ ਸੁਣ, ਜੇ ਤੂੰ ਪਰਮੇਸ਼ਰ ਦਾ ਨਾਮ ਜਪੇ ਫਿਰ ਤੂੰ ਨਿਰਭਉ ਹੋ ਸਕਦਾ ਹੈ, ਫਿਰ ਤੂੰ ਨਿਡਰ ਬੇਖੌਫ ਹੋ ਸਕਦਾ ਹੈ। ਤੇਰੇ ਅੰਦਰੋਂ ਮੌਤ ਦਾ ਡਰ, ਮੌਤ ਦਾ ਖੌਫ ਨਿਕਲ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਔਰੰਗਜ਼ੇਬ ਡਰਾਉਂਦਾ ਸੀ, ਔਰੰਗਜ਼ੇਬ ਡਰਾਉਂਦਾ ਸੀ। ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਅੱਗੇ ਗਏ ਨਾ, ਔਰੰਗਜ਼ੇਬ ਨੇ ਬੜਾ ਸਤਿਕਾਰ ਕੀਤਾ ਮਹਾਰਾਜ ਦਾ। ਚੰਦਨ ਦੀ ਚੌਂਕੀ ਤੇ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ, ਕਹਿਣ ਲੱਗਾ ਮਹਾਰਾਜ ਅਸੀਂ ਤੁਹਾਨੂੰ ਪੀਰ ਮੰਨਾਂਗੇ, ਪੀਰ, ਬਸ ਤੁਸੀਂ ਇਸਲਾਮ ਦੇ ਵਿੱਚ ਆ ਜਾਓ, ਦੀਨ ਕਬੂਲ ਕਰ ਲਓ। ਸੱਚੇ ਪਾਤਸ਼ਾਹ ਨੇ ਆਖਿਆ ਇਹ ਗੱਲ ਹੋ ਨਹੀਂ ਸਕਦੀ, ਤੂੰ ਇਸ ਤੋਂ ਅਗਲੀ ਗੱਲ ਕਰ। ਕਹਿਣ ਲੱਗਾ ਮਹਾਰਾਜ ਆ ਜੋ ਪਿੱਛੇ ਤਲਵਾਰ ਟੰਗੀ ਹੈ ਇਹ ਤੁਹਾਨੂੰ ਦਿਸਦੀ ਹੈ? ਜੋ ਮੈਂ ਪਿੱਛੇ ਕੰਧ ਨਾਲ ਤਲਵਾਰ ਟੰਗੀ ਹੈ ਇਹ ਤੁਹਾਨੂੰ ਦਿਸਦੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਹਾਂ ਦਿਸਦੀ ਹੈ ਅੱਖਾਂ ਵਿੱਚ ਜੋਤ ਦਿਸਦੀ ਹੈ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਸ ਤਰ੍ਹਾਂ ਕਿਹਾ ਨਾ, ਔਰੰਗਜ਼ੇਬ ਕਹਿਣ ਲੱਗਾ ਮੇਰੇ ਪਿਓ ਦੀ ਤਲਵਾਰ ਹੈ। ਤੇ ਹਜ਼ੂਰ ਕਹਿਣ ਲੱਗੇ ਤੈਨੂੰ ਫਿਰ ਇਹ ਵੀ ਪਤਾ ਹੋਣਾ ਚਾਹੀਦਾ, ਇਹ ਤੇਰੇ ਪਿਓ ਦੀ ਤਲਵਾਰ ਮੇਰੇ ਪਿਓ ਤੋਂ 4 ਵੇਰਾ ਹਾਰੀ ਹੋਇਆ, ਇਸ ਹਾਰੀ ਹੋਈ ਤਲਵਾਰ ਦਾ ਮੈਨੂੰ ਡਰਾਵਾ ਨਾ ਦੇ, ਇਸ ਤੋਂ ਅਗਲੀ ਗੱਲ ਕਰ। ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੰਦਰ ਨਿਰਭਉ ਹੈ, ਜਿਹੜੇ ਆਪ ਨਿਰਭਉ ਦੀ ਅਵਸਥਾ ਤੇ ਪਹੁੰਚੇ ਨੇ। ਸਾਹਿਬ ਕਹਿੰਦੇ ਨੇ ਜੇ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਹੋਵੇ ਤੂੰ ਵੀ ਨਿਰਭਉ ਹੋ ਸਕਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਯਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨ ਮਨ ਕੋ ਮਾਨ। ਮਹਾਰਾਜ ਕਹਿੰਦੇ ਨੇ ਬੜੇ ਯਤਨ ਕਰਦਾ ਹੈ ਮਨੁੱਖ ਕਿ ਮੇਰੇ ਮਨ ਦਾ ਹੰਕਾਰ ਮਿਟ ਜਾਏ, ਪਰ ਨਹੀਂ ਮਿਟਦਾ। ਮਨ ਦਾ ਹੰਕਾਰ ਨਹੀਂ ਮਿਟਦਾ। ਕੱਲ ਵੀ ਬਚਨ ਆਏ ਸਨ,
ਜਿੰਨਾ ਮਨੁੱਖ ਮਾਣ ਹੰਕਾਰ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ ਨਾ, ਓਨਾ ਹੀ ਹੰਕਾਰ ਹੋਰ ਜ਼ਿਆਦਾ ਵੱਧਦਾ, ਓਨਾ ਹੀ ਹੰਕਾਰ ਹੋਰ ਜ਼ਿਆਦਾ ਵੱਧਦਾ। ਹੰਕਾਰੀ ਮਨੁੱਖ ਜਿਹੜਾ ਹੈ ਨਾ, ਇਹ ਬਿਲਕੁਲ ਨਿਰਮੂਲ, ਹੰਕਾਰ ਬਿਲਕੁਲ ਨਿਰਮੂਲ। ਬਚਿੱਤਰ ਨਾਟਕ ਦੇ ਵਿੱਚ ਇੱਕ ਬੜਾ ਸੁੰਦਰ ਬਚਨ ਆਉਂਦਾ, ਸਾਹਿਬ ਨੇ ਇੱਕ ਬੜਾ ਕਮਾਲ ਦਾ ਪ੍ਰਮਾਣ ਦਿੱਤਾ। ਕਹਿਣ ਲੱਗੇ ਕੀ ਹੋਇਆ ਕਿ ਗਰਮੀਆਂ ਦੇ ਦਿਨ ਸੀ, ਜੇਠ ਹਾੜ ਦਾ ਮਹੀਨਾ ਸੀ, ਤੇ ਰੇਤ ਬੜੀ ਤਪ ਗਈ। ਤੁਸੀਂ ਦੇਖਿਆ ਹੋਣਾ ਸਾਡੇ ਪੰਜਾਬ ਦੇ ਵਿੱਚ ਜੇਠ ਹਾੜ ਨੂੰ ਰੇਤ ਬਹੁਤ ਤਪ ਜਾਂਦੀ ਹੈ, ਪੈਰ ਨਹੀਂ ਰੱਖਿਆ ਜਾਂਦਾ, ਪੈਰ ਰੱਖੋ ਤੇ ਛਾਲੇ ਪੈ ਜਾਂਦੇ ਨੇ। ਰੇਤ ਬਹੁਤ ਤਪ ਗਈ ਤੇ ਰੇਤ ਨੂੰ ਹੋ ਗਿਆ ਹੰਕਾਰ। ਕਹਿੰਦੀ ਇਹ ਤਪਸ਼ ਮੇਰੀ ਹੈ, ਹੁਣ ਰੱਖੇ ਹਾਂ ਕੋਈ ਪੈਰ ਮੇਰੇ ਤੇ, ਜੇ ਸਾੜ ਨਾ ਦਿਆਂਗੀ। ਹੰਕਾਰ ਹੋ ਗਿਆ, ਜਿਹੜਾ ਪੈਰ ਰੱਖੇ ਉਹਦਾ ਪੈਰ ਸਾੜੇ। ਕਹਿਣ ਲੱਗੀ ਰੱਖਾਂ ਪੈਰ, ਪਹਿਲਾਂ ਹੀ ਸੀ ਨਾ ਪੈਰਾਂ ਵਿੱਚ ਮੈਨੂੰ ਮਧੋਲਦੇ ਸੀ, ਹੁਣ ਰੱਖਾਂ ਪੈਰ। ਤੇ ਜਿਉਂ-ਜਿਉਂ ਸੂਰਜ ਢਲਦਾ ਗਿਆ, ਤਿਉਂ-ਤਿਉਂ ਉਹ ਰੇਤ ਠੰਡੀ ਹੁੰਦੀ ਗਈ, ਤਿਉਂ-ਤਿਉਂ ਉਹਦੀ ਤਪਸ਼ ਮਰਦੀ ਗਈ, ਤਿਉਂ-ਤਿਉਂ ਉਹੀ ਰੇਤ ਜਿਹੜੀ ਪੈਰ ਨਹੀਂ ਸੀ ਕਿਸੇ ਨੂੰ ਰੱਖਣ ਦਿੰਦੀ, ਹੁਣ ਉਸੇ ਰੇਤ ਦੇ ਵਿੱਚ ਬੱਚੇ ਖੇਡਣ ਆ ਗਏ। ਤੇ ਹਜ਼ੂਰ ਨੇ ਫਿਰ ਉਹਨੂੰ ਆਧਾਰ ਬਣਾ ਕੇ ਸਾਨੂੰ ਸਮਝਾਇਆ। ਕਹਿਣ ਲੱਗੇ ਜੈਸੇ ਰਬ ਕੇ ਤੇਜ ਤੇ, ਰਬ ਕਹਿੰਦੇ ਨੇ ਸੂਰਜ ਨੂੰ, ਜੈਸੇ ਰਬ ਕੇ ਤੇਜ ਤੇ ਰੇਤ ਅਧਿਕ ਤਪਤਾਏ, ਰਬ ਬਲ ਛੁਦਰ ਨਾ ਜਾਣੇ। ਛੁਦਰ ਕਹਿੰਦੇ ਨੇ ਨੀਚ, ਇਹ ਨੀਚ ਰੇਤ ਉਸ ਸੂਰਜ ਦੇ ਬਲ, ਸੂਰਜ ਦੀ ਸ਼ਕਤੀ ਨੂੰ ਨਹੀਂ ਜਾਣਦੀ। ਉਸ ਰੇਤ ਨੂੰ ਨਹੀਂ ਸੀ ਪਤਾ ਤਪਸ਼ ਮੇਰੀ ਨਹੀਂ, ਇਹ ਤਪਸ਼ ਸੂਰਜ ਤੋਂ ਆ ਰਹੀ ਸੀ, ਇਹ ਤਪਸ਼ ਮੇਰੀ ਨਹੀਂ। ਰੱਬ ਬਲ ਛੁਦਰ ਨਾ ਜਾਣੀ, ਆਪਨ ਹੀ ਗਰਬਾਏ, ਆਪਣੇ ਆਪ ਦੇ ਵਿੱਚ ਗਰਬੀ ਬੈਠੀ ਸੀ, ਹੰਕਾਰ ਕਰੀ ਬੈਠੀ ਸੀ, ਖਬਰਿਆ ਤਪਸ਼ ਮੇਰੀ ਹੈ। ਅਸੀਂ ਵੀ ਆਪਣੇ ਅੰਦਰ ਹੰਕਾਰ ਪਾਲਿਆ ਹੋਇਆ, ਖਬਰਿਆ ਸਰੀਰ ਸਾਡਾ, ਖਬਰਿਆ ਧਨ ਸਾਡਾ, ਖਬਰਿਆ ਪਦਵੀ ਸਾਡੀ, ਅਸੀਂ ਫੋਕਟੇ ਹੰਕਾਰ ਪਾਲਿਆ ਹੋਇਆ। ਇਸ ਲਈ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਤੇਰੇ ਅੰਦਰ ਹੰਕਾਰ ਹੈ ਨਾ, ਮਾਣ, ਇਹ ਆਪਣੇ ਆਪ ਨਹੀਂ ਮਿਟਾਇਆ ਜਾ ਸਕਦਾ। ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਮਹਾਰਾਜ ਕਹਿੰਦੇ ਨੇ ਅਰਦਾਸ ਕਰ, ਹੇ ਪਰਮੇਸ਼ਰ ਜੀ ਮੈਨੂੰ ਰੱਖ ਲਓ, ਕਿਉਂਕਿ ਮੈਂ ਖੋਟੀ ਮੱਤ ਦੇ ਵਿੱਚ ਫਸਿਆ ਹੋਇਆ ਹਾਂ। ਹੰਕਾਰ ਮੱਤ ਵੀ ਖੋਟੀ ਕਰ ਦਿੰਦਾ ਹੈ। ਜਦੋਂ ਹੰਕਾਰ ਅੰਦਰ ਆ ਜਾਂਦਾ ਹੈ ਨਾ, ਫਿਰ ਮੱਤ ਵੀ ਖੋਟੀ ਹੋ ਜਾਂਦੀ ਹੈ, ਬਸ ਫਿਰ ਖੋਟੀ ਮੱਤ ਵਿੱਚ ਫਸ ਜਾਂਦਾ ਹੈ। ਜੇ ਤੇ ਅੰਦਰੋਂ ਅਰਦਾਸ ਨਿਕਲੇ ਤੇ ਫਿਰ ਸਤਿਗੁਰੂ ਕਿਰਪਾ ਕਰਕੇ, ਨਿਰੰਕਾਰ ਕਿਰਪਾ ਕਰਕੇ ਹੰਕਾਰ ਦਾ ਵਿਨਾਸ਼ ਕਰ ਦਿੰਦਾ ਹੈ, ਤੇ ਫਿਰ ਹੰਕਾਰ ਦਾ ਵਿਨਾਸ਼ ਹੁੰਦਿਆਂ ਹੀ ਮੱਤ ਵੀ ਸੁਮੱਤ ਬਣ ਜਾਂਦੀ ਹੈ, ਚੰਗੀ ਮੱਤ ਬਣ ਜਾਂਦੀ ਹੈ। ਕਈ ਪੁੱਛਣਗੇ ਜੀ ਪੰਜਾਂ ਵਿਕਾਰਾਂ ਦੇ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ? ਸਭ ਤੋਂ ਸ਼ਕਤੀਸ਼ਾਲੀ ਕੌਣ ਹੈ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ। ਲੇਕਿਨ ਗੁਰਬਾਣੀ ਵਿੱਚ ਜਿੰਨੀ ਗੱਲ ਹੰਕਾਰ ਦੀ ਹੈ ਨਾ ਕਾਮ ਦੀ ਹੈ, ਨਾ ਕ੍ਰੋਧ ਦੀ ਹੈ, ਨਾ ਮੋਹ ਦੀ ਹੈ, ਨਾ ਲੋਭ ਦੀ ਹੈ। ਕਿਉਂਕਿ ਜਿੱਥੇ ਹੰਕਾਰ ਆ ਗਿਆ ਉੱਥੇ ਕਾਮ ਵੀ ਆਏਗਾ, ਉੱਥੇ ਕ੍ਰੋਧ ਵੀ ਆਏਗਾ, ਉੱਥੇ ਮੋਹ ਵੀ ਆਏਗਾ, ਉੱਥੇ ਲੋਭ ਵੀ ਆਏਗਾ। ਕਿਉਂਕਿ ਹੰਕਾਰੀ ਕਹੇਗਾ ਹੁਣ ਮੈਨੂੰ ਰੋਕਣ ਵਾਲਾ ਹੁੰਦਾ ਹੀ ਕੋਈ ਕੌਣ ਹੈ? ਹੰਕਾਰੀ ਕਹੇਗਾ ਹੁਣ ਮੈਨੂੰ ਕੋਈ ਟੋਕਣ ਵਾਲਾ ਹੁੰਦਾ ਹੀ ਕੌਣ ਹੈ? ਹੰਕਾਰੀ ਕਹੇਗਾ ਹੁਣ ਮੈਂ ਜੋ ਮਰਜ਼ੀ ਕਰਾਂ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਹੰਕਾਰ ਦੇ ਆਉਂਦਿਆਂ ਮੱਤ ਵੀ ਦੁਰਮੱਤ ਬਣ ਜਾਂਦੀ ਹੈ, ਖੋਟੀ ਮੱਤ ਬਣ ਜਾਂਦੀ ਹੈ। ਅਰਦਾਸ ਕਰ, ਹੇ ਪਰਮੇਸ਼ਰ ਜੀ ਮੈਨੂੰ ਰੱਖ ਲਓ, ਫੇਰ ਤੇ ਭਾਈ ਬਚਾ ਹੋ ਸਕਦਾ। ਬਾਲ ਜਵਾਨੀ ਹਰ ਬਿਰਧ ਪੋਨ, ਤੀਨ ਅਵਸਥਾ ਜਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਮਨੁੱਖ ਦੀਆਂ ਤਿੰਨ ਹੀ ਅਵਸਥਾ ਨੇ, ਤਿੰਨ ਹੀ ਪੜਾਅ ਨੇ, ਬਾਲ, ਬਚਪਨ, ਉਸ ਤੋਂ ਬਾਅਦ ਜਵਾਨੀ, ਉਸ ਤੋਂ ਬਾਅਦ ਬੁਢੇਪਾ। ਕੱਲ ਬੇਨਤੀ ਕੀਤੀ ਸੀ ਜਿਹੜਾ ਬਚਪਨ ਹੈ ਟਿਕਦਾ ਨਹੀਂ, ਜਵਾਨੀ ਟਿਕਦੀ ਨਹੀਂ, ਬੁਢੇਪਾ ਟਿਕ ਜਾਂਦਾ ਹੈ। ਬੁਢੇਪਾ ਆਣ ਕੇ ਟਿਕ ਜਾਂਦਾ ਹੈ। ਕੋਈ 60 ਸਾਲ ਦਾ ਉਹਨੂੰ ਵੀ ਅਸੀਂ ਕਹਿੰਦੇ ਬਜ਼ੁਰਗ, ਕੋਈ 70 ਸਾਲ ਦਾ ਉਹਨੂੰ ਵੀ ਅਸੀਂ ਕਹਿੰਦੇ ਬਜ਼ੁਰਗ, ਕੋਈ 80 ਸਾਲ ਦਾ ਹੋ ਗਿਆ, 90 ਸਾਲ ਦਾ ਹੋ ਗਿਆ, 100 ਸਾਲ ਦਾ, ਬਜ਼ੁਰਗ ਹੀ ਕਹਾਂਗੇ ਉਹਨੂੰ। ਬੁਢੇਪਾ ਟਿਕ ਜਾਂਦਾ ਹੈ, ਨਾ ਬਚਪਨ ਟਿਕਦਾ, ਨਾ ਜਵਾਨੀ ਟਿਕਦੀ, ਬੁਢੇਪਾ ਟਿਕ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜੇ ਇਹਨਾਂ ਤਿਹਾਂ ਦੇ ਵਿੱਚੋਂ ਅਸੀਂ ਕਿਸੇ ਇੱਕ ਵੀ ਅਵਸਥਾ ਦੇ ਵਿੱਚ, ਭਾਵ ਕਿ ਨਾ ਬਚਪਨ ਵਿੱਚ ਤੇ ਨਾ ਜਵਾਨੀ ਵਿੱਚ, ਨਾ ਬੁਢੇਪੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਤੇ ਫਿਰ ਸਾਡੀ ਕੀ ਹਾਲਤ ਹੁੰਦੀ ਹੈ? ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਸਭ ਵਿਅਰਥ ਹੀ ਜਾਣ। ਜੇ ਬਚਪਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਸਿਮਰਿਆ ਤੇ ਬਚਪਨ ਵਿਅਰਥ ਜਾਣ। ਜੇ ਜਵਾਨੀ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਆਨੰਦ ਨਹੀਂ ਲਿਆ ਤੇ ਜਵਾਨੀ ਵਿਅਰਥ ਜਾਣ।
ਤੇ ਜੇ ਬੁਢੇਪਾ ਵੀ ਐਵੇਂ ਗਵਾ ਦਿੱਤਾ ਫਿਰ ਬੁਢੇਪਾ ਵੀ ਵਿਅਰਥ ਹੀ ਜਾਣਾ। ਵਿਅਰਥ, ਹਰ ਸਮਾਂ ਵਿਅਰਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਜੀਵਨ ਨੂੰ 3 ਹਿੱਸਿਆਂ ਵਿੱਚ, 4 ਹਿੱਸਿਆਂ ਵਿੱਚ, ਇੱਥੋਂ ਤੱਕ 10 ਹਿੱਸਿਆਂ ਵਿੱਚ ਵੰਡਿਆ ਹੈ। ਦੇਖੋ ਹੋਰ ਜ਼ਿਆਦਾ ਫਿਰ ਥੋੜਾ ਥੋੜਾ ਕਰਕੇ ਕੋਈ ਇੱਕ ਸਮਾਂ ਹੀ ਤੂੰ ਰੱਬ ਵਾਸਤੇ ਕੱਢ। ਦੇਖੋ ਇਹ 3 ਹੋ ਗਏ ਨਾ, ਇੱਕ ਤੇ ਹੋ ਗਿਆ ਬਚਪਨ, ਦੂਜੀ ਹੋ ਗਈ ਜਵਾਨੀ, ਤੇ ਤੀਸਰਾ ਹੋ ਗਿਆ ਬੁਢੇਪਾ। ਲੇਕਿਨ ਸੱਚੇ ਪਾਤਸ਼ਾਹ ਜੀ ਨੇ ਜੀਵਨ ਨੂੰ 4 ਹਿੱਸਿਆਂ ਵਿੱਚ ਵੀ ਵੰਡਿਆ। 4 ਪਹਿਰ, ਜਿਹੜੇ 4 ਪਹਿਰ ਨੇ, ਤੁਸੀਂ ਕਦੇ ਪਹਿਰੇ ਨਾਮਕ ਬਾਣੀ ਪੜ੍ਹੋ, ਧੰਨ ਗੁਰੂ ਨਾਨਕ ਸਾਹਿਬ ਦੀ, ਧੰਨ ਗੁਰੂ ਰਾਮਦਾਸ ਸਾਹਿਬ ਦੀ, ਗੁਰੂ ਅਰਜਨ ਸਾਹਿਬ ਦੀ ਸ੍ਰੀ ਰਾਗ ਵਿੱਚ ਪਹਿਰੇ 4 ਪਹਿਰਾਂ ਵਿੱਚ, ਜਾਣੀ ਕਿ 4 ਹਿੱਸਿਆਂ ਵਿੱਚ। ਚਲੋ ਇੱਕ ਨਹੀਂ, ਦੂਜਾ ਨਹੀਂ, ਤੀਜਾ ਨਹੀਂ, ਘੱਟੋ ਘੱਟ ਇੱਕੋ ਹੀ ਪਹਿਰ ਤੂੰ ਰੱਬ ਵਾਸਤੇ ਕੱਢ ਲੈ। ਪਰ ਕਿੱਥੇ? ਸਾਹਿਬ ਕਹਿੰਦੇ ਨੇ ਪਹਿਲਾ ਪਹਿਰ ਧੰਦੇ ਗਿਆ, ਦੂਜਾ ਭਰ ਸੋਇਆ, ਤੀਜਾ ਝਾਕ ਚਖਾਇਆ, ਚੌਥਾ ਭੋਰ ਪਿਆ, ਕਦ ਹੀ ਚਿਤ ਨਾ ਆਇਓ ਜਿਨ ਜੀਓ ਪਿੰਡ ਦੀਆ। 4 ਹਿੱਸਿਆਂ ਵਿੱਚ ਇੱਕ ਵੀ ਹਿੱਸਾ ਇਹਨੇ ਰੱਬ ਵਾਸਤੇ ਨਹੀਂ ਕੱਢਿਆ। 4 ਨੂੰ ਵੀ ਛੱਡੋ, ਸਾਹਿਬ ਨੇ ਹੋਰ ਤਕਸੀਮ ਕੀਤਾ, 10 ਹਿੱਸੇ ਬਣਾ ਦਿੱਤੇ, ਜ਼ਿੰਦਗੀ ਦੇ 10 ਹਿੱਸੇ ਬਣਾ ਦਿੱਤੇ। ਕਹਿਣ ਲੱਗੇ 3 ਚੋਂ ਨਹੀਂ, 4 ਚ ਨਹੀਂ, ਘੱਟੋ ਘੱਟ 10 ਹਿੱਸਿਆਂ ਵਿੱਚੋਂ ਇੱਕ ਹਿੱਸਾ ਰੱਬ ਦੇ ਨਾਲ ਜੁੜ ਜਾ। ਪਰ ਨਹੀਂ, ਹਜ਼ੂਰ ਕਹਿਣ ਲੱਗੇ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਬ, ਚੌਥਾ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, 7ਵੇਂ ਸੰਜ ਕੀਆ ਕਰਵਾਸ, 8ਵੇਂ ਕ੍ਰੋਧ ਹੁਆ ਤਨ ਨਾਸ, 9ਵੇਂ ਧੌਲੇ ਉੱਭੇ ਸਾਹ, 10ਵੇਂ ਧਦਾ ਹੁਆ ਸਵਾ। 10ਵੇਂ ਤੇ ਆ ਕੇ ਸਵਾਹ ਹੋ ਗਿਆ। ਹੁਣ ਕੀ ਨਾਮ ਜਪਣਾ? 10 ਦੇ ਵਿੱਚੋਂ ਇੱਕ ਵੀ ਹਿੱਸਾ ਰੱਬ ਵਾਸਤੇ ਕੱਢਿਆ ਹੀ ਨਹੀਂ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਜ਼ਿੰਦਗੀ ਦੀਆਂ 3 ਹੀ ਅਵਸਥਾ ਮੁੱਖ ਨੇ, ਬਚਪਨ ਤੇ ਜਵਾਨੀ ਤੇ ਬੁਢੇਪਾ। ਜੇ ਤੂੰ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਇਹ ਤਿੰਨੋਂ ਵਿਅਰਥ ਜਾਣਨਾ ਕਰ। ਕਾਰਣ ਹੋ ਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਧ। ਮਹਾਰਾਜ ਕਹਿੰਦੇ ਨੇ ਜੋ ਕਰਨਾ ਸੀ ਉਹ ਕੀਤਾ ਨਹੀਂ, ਕਰਨੋ ਹੋ ਤੋ ਸੋ ਨਾ ਕੀਓ। ਜੋ ਕਰਨਾ ਸੀ, ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਸੀ, ਮਾਲਕ ਨਾਲ ਜੁੜਨਾ ਸੀ, ਉਹ ਕੀਤਾ ਨਹੀਂ, ਉਲਟਾ ਲੋਭ ਦੀ ਫਾਹੀ ਵਿੱਚ ਫਸ ਗਿਆ ਹੈ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਮਹਾਰਾਜ ਕਹਿੰਦੇ ਨੇ ਹੁਣ ਭਾਈ ਜ਼ਿੰਦਗੀ ਦਾ ਸਮਾਂ ਰਮ ਗਿਓ, ਨਿਕਲ ਗਿਆ ਹੈ। ਇਹ ਅਗਿਆਨੀ ਹੁਣ ਕਿਉਂ ਰੋਣਾ, ਹੁਣ ਸਮਾਂ ਨਿਕਲ ਗਿਆ। ਜਦੋਂ ਸਮਾਂ ਹੀ ਨਿਕਲ ਜਾਵੇ ਸਾਧ ਸੰਗਤ, ਫਿਰ ਪਛਤਾਉਣ ਦਾ ਫਾਇਦਾ ਕੋਈ ਨਹੀਂ ਹੁੰਦਾ। ਆਪਾਂ ਕੰਮ ਤੇ ਜਾਣਾ ਹੋਵੇ 8 ਵਜੇ ਤੇ ਉੱਠੀਏ 10 ਵਜੇ, ਤੇ ਫਿਰ ਪਛਤਾਈਏ ਨਾ ਪਛਤਾਈਏ, ਕੀ ਫਾਇਦਾ? ਸਮਾਂ ਨਹੀਂ ਜਿਸਨੇ ਸਾਂਭਿਆ ਨਾ, ਉਸਨੇ ਕੁਛ ਵੀ ਨਹੀਂ ਸਾਂਭਿਆ। ਸਭ ਤੋਂ ਕੀਮਤੀ ਹੈ ਸਮਾਂ, ਸਭ ਤੋਂ ਜ਼ਰੂਰੀ ਹੈ ਸਮਾਂ। ਭਾਈ ਵੀਰ ਸਿੰਘ ਕਹਿੰਦੇ ਨੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਕਹਿਣ ਲੱਗੇ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੇ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਭਾਈ ਵੀਰ ਸਿੰਘ ਕਹਿੰਦੇ ਨੇ ਹੋ ਅਜੇ ਸੰਭਾਲ ਸਮੇਂ ਨੂੰ, ਹੋ ਅਜੇ ਸੰਭਾਲ ਸਮੇਂ ਨੂੰ, ਕਰ ਸਫਲ ਉਡੰਦਾ ਜਾਣਦਾ, ਇਹ ਠਹਿਰਨ ਜਾਚਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਸਮਾਂ ਇੱਕ ਐਸਾ ਜਿਹੜਾ ਨਾ ਰੁਕਦਾ ਨਾ ਮੁੜ ਕੇ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਮਾਂ ਜਦੋਂ ਨਿਕਲ ਹੀ ਗਿਆ, ਹੇ ਅਗਿਆਨੀ, ਫਿਰ ਰੋਣ ਦਾ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੀਤ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਇਹ ਜੋ ਮਨੁੱਖ ਹੈ, ਇਹਦਾ ਮਨ ਮਾਇਆ ਦੇ ਵਿੱਚ ਏਦਾਂ ਰਮਿਆ ਹੋਇਆ ਹੈ। ਮਨੁੱਖ ਦਾ ਮਨ ਮਾਇਆ ਦੇ ਵਿੱਚ ਇੰਨਾ ਜ਼ਿਆਦਾ ਫਸਿਆ ਹੋਇਆ, ਉਹਦੇ ਵਾਸਤੇ ਪ੍ਰਮਾਣ ਦਿੰਦੇ ਹਨ। ਨਾਨਕ ਮੂਰਤ ਚਿਤਰ ਜੋ, ਛਾੜਤ ਨਾਹਨ ਪੀਤ। ਮਹਾਰਾਜ ਕਹਿੰਦੇ ਨੇ ਜਿਵੇਂ ਕਿਸੇ ਕੰਧ ਦੇ ਉੱਪਰ ਕੋਈ ਫੋਟੋ ਬਣਾ ਦਈਏ, ਕੋਈ ਚਿੱਤਰ ਬਣਾ ਦਈਏ, ਉਹ ਚਿੱਤਰ ਕੰਧ ਨੂੰ ਛੱਡਦਾ ਨਹੀਂ। ਬਸ ਇਸੇ ਤਰ੍ਹਾਂ ਇਹ ਮਨ ਮਾਇਆ ਨੂੰ ਛੱਡਦਾ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ ਹਨ, ਕਹਿਣ ਲੱਗੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਹੈ। ਬਸ ਇਸੇ ਤਰ੍ਹਾਂ ਸਾਡਾ ਮਨ ਮਾਇਆ ਦੀ ਮਮਤਾ ਵਿੱਚ ਫਸਿਆ ਹੋਇਆ ਹੈ। ਨਰ ਚਾਹਤ ਕਛ ਔਰ, ਔਰ ਕੀ ਔਰ ਭਈ। ਸਤਿਗੁਰੂ ਜੀ ਕਹਿੰਦੇ ਨੇ ਮਨੁੱਖ ਤੇ ਕੁਝ ਹੋਰ ਚਾਹੁੰਦਾ ਹੈ, ਪਰ ਹੋਰ ਦਾ ਕੁਝ ਹੋਰ ਹੀ ਹੋ ਜਾਂਦਾ ਹੈ, ਕਿਉਂਕਿ ਹੁੰਦਾ ਉਹੀ ਜੋ ਪਰਮੇਸ਼ਰ ਵਾਹਿਗੁਰੂ ਚਾਹੁੰਦਾ ਹੈ। ਮਨੁੱਖ ਦਾ ਚਾਹਿਆ ਨਹੀਂ ਕੁਝ ਹੁੰਦਾ, ਹੁੰਦਾ ਉਹੀ ਜੋ ਪਰਮੇਸ਼ਰ ਚਾਹੁੰਦਾ ਹੈ। ਹਾਂ, ਇਹ ਗੱਲ ਵੱਖਰੀ ਹੈ
ਕਈ ਵਾਰ ਮਨੁੱਖ ਵੀ ਉਹੀ ਚਾਹੁੰਦਾ ਤੇ ਰੱਬ ਵੀ ਉਹੀ ਚਾਹੁੰਦਾ ਹੁੰਦਾ ਹੈ। ਜਦੋਂ ਦੋਹਾਂ ਦੀ ਚਾਹਤ ਮਿਲ ਜਾਂਦੀ ਹੈ, ਇੱਛਾ ਮਿਲ ਜਾਂਦੀ ਹੈ, ਬੰਦੇ ਨੂੰ ਹੰਕਾਰ ਹੋ ਜਾਂਦਾ, ਕਹਿੰਦਾ ਰੱਬ ਨੇ ਮੇਰੀ ਮੰਨ ਲਈ। ਨਹੀਂ, ਰੱਬ ਕਿਸੇ ਦੀ ਮੰਨਦਾ ਨਹੀਂ, ਰੱਬ ਆਪਣੀ ਕਰਦਾ ਹੈ। ਇੱਕ ਕਹੇ ਜੀ ਮੀਂਹ ਪਾਓ, ਦੂਜਾ ਕਹੇ ਜੀ ਮੀਂਹ ਨਾ ਪਾਓ, ਰੱਬ ਕਿਸ ਦੀ ਮੰਨੇਗਾ? ਇੱਕ ਦੀ ਮੰਨੇਗਾ ਨਾ, ਹੁਣ ਤਾਂ ਦੋਹਾਂ ਚੋਂ। ਇਸ ਤਰ੍ਹਾਂ ਨਹੀਂ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਕੁਝ ਹੋਰ ਚਾਹੁੰਦਾ ਹੈ, ਲੇਕਿਨ ਹੁੰਦਾ ਕੁਝ ਹੋਰ ਹੈ। ਚਿਤਵਤ ਰਹਿ ਉਠ ਗੌਰ, ਨਾਨਕ ਫਾਸੀ ਗਲ ਪਰੀ। ਗੁਰੂ ਜੀ ਕਹਿੰਦੇ ਨੇ ਭਾਈ ਚਿਤਵਦਾ ਰਹਿੰਦਾ ਹੈ ਠਗੌਰ, ਠੱਗੀਆਂ ਠੋਰੀਆਂ, ਚਿਤਵਦਾ ਰਹਿੰਦਾ ਕਿ ਠੱਗੀਆਂ ਠੋਰੀਆਂ ਕਰਾਂ, ਝੂਠ ਬੋਲਾਂ, ਛਲ ਫਰੇਬ ਕਰਾਂ, ਧੋਖੇਬਾਜ਼ੀਆਂ ਕਰਾਂ। ਪਰ ਪਤਾ ਉਦੋਂ ਲੱਗਦਾ ਜਦੋਂ ਜਮਾਂ ਦੀ ਫਾਹੀ ਗਲ ਵਿੱਚ ਆਣ ਕੇ ਪੈ ਜਾਂਦੀ ਹੈ, ਜਦੋਂ ਮੌਤ ਆਣ ਕੇ ਬੋਝ ਲੈਂਦੀ ਹੈ, ਜਦੋਂ ਕਾਲ ਸਿਰ ਤੇ ਆ ਜਾਂਦਾ ਹੈ। ਬਸ ਮਨੁੱਖ ਦੀਆਂ ਚਿਤਵਨੀਆਂ, ਮਨੁੱਖ ਦੀਆਂ ਸੋਚਾਂ ਸਭ ਵਿੱਚ ਹੀ ਰਹਿ ਜਾਂਦੀਆਂ ਹਨ। ਸੋ ਗੁਰੂ ਕੀ ਸਾਧ ਸੰਗਤ ਜੀ, ਇੰਨੇ ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਬਹੁਤ ਪਿਆਰ ਤੇ ਬੜੇ ਟਿਕਾਓ ਦੇ ਨਾਲ ਸਰਵਣ ਕੀਤੀ ਹੈ। ਅਗਲੇ ਸ਼ਲੋਕਾਂ ਦੇ ਵਿਚਾਰ ਕੱਲ੍ਹ ਨੂੰ ਆਪ ਜੀ ਦੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਸੋ ਕੱਲ੍ਹ ਨੂੰ ਵੀਰਵਾਰ ਹੈ ਤੇ ਕੱਲ੍ਹ ਸ਼ਾਮਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਜੋ ਸਾਰਾ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਸਾਡੇ ਜੋ ਸੈਕਟਰੀ ਸਾਹਿਬ ਨੇ ਰਿੱਕੀ ਜੀ, ਇਹ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸਣਗੇ। ਸੋ ਆਪ ਜੀ ਨੇ ਜ਼ਰੂਰ ਸਰਵਣ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਸਿਮਰਨ ਜੋ ਹੈ ਉਹ ਆਰੰਭ ਕਰਾਂਗੇ। ਸੋ ਆਓ ਆਖਰੀ ਸ਼ਲੋਕ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਨਰ ਚਾਹਤ ਕਛ ਔਰ ਕੀ ਔਰ ਭਈ, ਚਿਤਵਤ ਰਹਿ ਉਠ ਗੌਰ, ਨਾਨਕ ਫਾਂਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।